ਕੁਐਰੀ ਅਸਲ ਦੇ ਵਿੱਚ ਬੰਦੇ ਨੂੰ ਕਰਨੀ ਕੀ ਚਾਹੀਦੀ ਹੈ, ਏਜੰਟ ਤੋਂ ਕਿਹੜੇ-ਕਿਹੜੇ ਸਵਾਲ ਪੁੱਛਣੇ ਚਾਹੀਦੇ ਨੇ? ਤੁਸੀਂ ਸਹੀ ਕਿਹਾ ਕਿ ਜੀ ਉਹ ਤਿੰਨ ਸਟੈਪ ਇਨਕੁਆਇਰੀ ਹੈ ਸਾਡੇ ਕੋਲੇ। ਮੈਂ ਬਾਹਰ ਜਾਣਾ, ਮੈਂ ਬਾਹਰ ਜਾ ਸਕਦਾ ਕਿ ਨਹੀਂ ਜਾ ਸਕਦਾ, ਇੰਨਾ ਪੁੱਛਦੇ ਆ। ਦੈਨ ਉਹ ਪੁੱਛਦੇ ਆ ਕਿ ਹਾਂ ਸੁਣਦੇ ਆ। ਬਿਲਕੁਲ ਠੀਕ ਹੈ ਜੀ। ਤਾਂ ਕਨਸੈਪਟ ਹੈ ਕਿ ਉਹ ਹਾਂ ਸੁਣਨਾ ਹੀ ਹਾਂ ਚਾਹੁੰਦੇ। ਬਿਲਕੁਲ। ਦੈਨ ਉਹ ਪੁੱਛਦੇ ਜੀ ਪੈਸੇ ਕਿੰਨੇ ਲੱਗਣਗੇ। ਤਾਂ ਪਹਿਲੀ ਚੀਜ਼ ਤਾਂ ਇਹ ਪੁੱਛਣਾ ਜਾ ਕੇ ਕਿ ਮੈਂ ਐਲੀਜੀਬਲ ਹੈਗਾ ਕਿ ਨਹੀਂ ਹੈਗਾ। ਜੇ ਐਲੀਜੀਬਲ ਹੋ ਤੁਸੀਂ ਕਿਸੇ ਚੀਜ਼ ਲਈ ਤਾਂ ਹੀ ਤੁਸੀਂ ਜਾਓਗੇ। ਬਿਲਕੁਲ। ਤੇ ਜੇ ਐਲੀਜੀਬਲ ਨਹੀਂ ਹੈਗੇ ਦੈਟ ਮੀਨਸ ਫਿਰ ਸਾਰਾ ਕੁਝ ਕ੍ਰੀਏਟ ਕੀਤਾ ਜਾਊਗਾ, ਫਿਰ ਤੁਸੀਂ ਸਕੈਮ ਲਈ ਆਪ ਯੈਸ ਕਰ ਰਹੇ ਹੋ। ਇਹ ਹਰੇਕ ਦੇ ਫੋਨ ਦੇ ਵਿੱਚ ਗੂਗਲ ਹੈਗਾ ਵੀ ਮੈਂ ਸਰਚ ਕਰਕੇ ਦੇਖ ਲਵਾਂ ਵੀ ਮੇਰੀ ਐਲੀਜੀਬਿਲਟੀ ਕੀ ਬਣਦੀ ਹੈ। ਫਿਰ ਉੱਥੇ ਤੁਸੀਂ ਬੱਚਿਆਂ ਨੂੰ ਬੇਵਕੂਫ ਸਮਝੋਗੇ ਜਾਂ ਏਜੰਟਾਂ ਨੂੰ ਤੁਸੀਂ ਸਮਝੋਗੇ ਕਿ ਉਹ ਚਲਾਕੀ ਕਰਦੇ ਨੇ ਏਜੰਟ, ਕਿ ਬੱਚਿਆਂ ਨੂੰ ਐਲੀਜੀਬਿਲਟੀ ਨਹੀਂ ਦੱਸਦੇ। ਜਦੋਂ ਸਾਨੂੰ ਪਤਾ ਹੁੰਦਾ ਕਿ ਬੰਦੇ ਕੋਲ ਇਨਫੋਰਮੇਸ਼ਨ ਹੈਗੀ ਆ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਮੈਨੂਪੂਲੇਟ ਨਹੀਂ ਹੁੰਦੀਆਂ। ਫਿਰ ਉਹ ਉਹਦੇ ਤੇ ਕੁਝ ਮਤਲਬ ਆਪਣੀ ਚੀਜ਼ ਨਹੀਂ ਓਵਰ ਲੇਅਰ ਕਰ ਸਕਦਾ ਨਾ ਕਿ ਵੀ ਤੁਹਾਨੂੰ ਕੁਝ ਗਲਤ ਇਨਫੋਰਮੇਸ਼ਨ ਦੇ ਦੂਗਾ। ਸੋ ਇਨਫੋਰਮੇਸ਼ਨ ਅਸੀਂ ਲੈਣੀ ਹੈ। ਹੁਣ ਏਜੰਟ ਵਰਡ ਦਾ ਕੈਨੇਡਾ 'ਚ ਮਤਲਬ ਰਿਪਰੈਜ਼ੈਂਟੇਟਿਵ ਨਹੀਂ ਆ। ਅੱਛਾ। ਪੰਜਾਬ 'ਚ ਏਜੰਟ ਵਰਡ ਉਹ ਪਰਸਨ ਹੈ ਜਿਹੜਾ ਉਹਨਾਂ ਨੂੰ ਕੈਨੇਡਾ ਲੈ ਕੇ ਜਾਂਦਾ। ਬਿਲਕੁਲ। ਅਸਲ ਸੱਚਾਈ ਕੀ ਹੈ? ਤੁਸੀਂ ਕੈਨੇਡਾ ਦੇ ਵਿੱਚ ਹੀ ਰਹਿੰਦੇ ਹੋ, ਤੁਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੋ। ਅਸਲ ਸੱਚਾਈ ਕੀ ਹੈ ਵੀ ਕੈਨੇਡਾ ਦੀ ਵੈਬਸਾਈਟ ਤੇ ਵਾਕਈ ਨਹੀਂ ਲਿਖਿਆ ਕਿ GIC ਭਰ ਕੇ ਤੁਸੀਂ ਜਾਓ? ਇਸ ਚੀਜ਼ ਨੂੰ ਨਹੀਂ ਆਪਾਂ ਡਿਸਕਸ ਕਰ ਸਕਦੇ ਕਿ ਉਹ ਬੈਕ ਐਂਡ ਤੇ ਕੀ ਹੁੰਦਾ, ਬਟ ਜੈਨੂਇਨਲੀ ਪੋਸੀਬਲ ਨਹੀਂ ਹੈਗਾ। 3 ਲੱਖ ਦੇ ਵਿੱਚ 3 ਲੱਖ ਦੇ ਵਿੱਚ ਪੋਸੀਬਲ ਨਹੀਂ ਹੈਗਾ। ਪੰਜਾਬ ਦੇ ਵਿੱਚ ਏਜੰਟਾਂ ਦੇ ਕੋਲ ਇੱਕੋ ਹੀ ਆਪਸ਼ਨ ਕਿਉਂ ਹੈ ਕੈਨੇਡਾ ਦੇ? ਜੇ ਤੁਸੀਂ ਕੈਨੇਡਾ ਜਾਣਾ ਤਾਂ ਤੁਸੀਂ ਸਟੱਡੀ ਵੀਜ਼ੇ ਤੇ ਜਾਓ। ਹੋਰ ਕੀ ਆਪਸ਼ਨ ਤੇ ਆਪਣੇ ਪੰਜਾਬ ਦੇ ਜਿਹੜੇ ਏਜੰਟ ਨੇ ਉਹ ਪ੍ਰਮੋਟ ਕਿਉਂ ਨਹੀਂ ਕਰਦੇ ਉਹ ਚੀਜ਼ਾਂ ਨੂੰ? ਦੈਟ ਮੀਨਸ ਕਿ ਉਹ ਕਾਲਜਸ ਨੂੰ ਜ਼ਿਆਦਾ ਰਿਪਰੈਜ਼ੈਂਟ ਕਰਦੇ। ਮੈਂ ਇਹੀ ਕਹਿ ਸਕਦਾ ਕਿ ਕਾਲਜ ਰਿਪਰੈਜ਼ੈਂਟੇਸ਼ਨ ਆ ਉਹਨਾਂ ਕੋਲੇ, ਉਹ ਏਜੰਟ ਕਾਲਜ ਦੇ ਨੇ। ਤਾਂ ਦੈਟ ਮੀਨਸ ਫਿਰ ਜਿਹੜਾ ਪ੍ਰੋਡਕਟ ਤੁਹਾਡੇ ਕੋਲੇ ਤੁਸੀਂ ਉਹੀ ਵੇਚੋਗੇ, ਜਾਂ ਫਿਰ ਜਿਹੜਾ ਪ੍ਰੋਡਕਟ ਤੁਸੀਂ ਕਰ ਸਕਦੇ ਤੁਸੀਂ ਉਹੀ ਕਰੋਗੇ। ਪੰਜਾਬ ਦੇ ਵਿੱਚ ਕੈਨੇਡਾ ਜਾਣ ਦੇ ਲਈ ਬੱਚਿਆਂ ਦਾ ਬਹੁਤ ਰੁਝਾਨ ਹੈ। ਇਕੱਲੇ ਬੱਚੇ ਨਹੀਂ, ਹੁਣ ਸਗੋਂ ਵੱਧ ਉਮਰ ਦੇ ਜਿਹੜੇ ਨੌਜਵਾਨ ਨੇ ਉਹ ਵੀ ਹੁਣ ਬਾਹਰ ਜਾਣ ਨੂੰ ਜਿਹੜੇ ਨੇ ਉਹ ਟਰਾਈ ਕਰਦੇ ਰਹਿੰਦੇ ਨੇ। ਉਹ ਕੋਈ ਰਸਤਾ ਲੱਭਦੇ ਨੇ ਕਿ ਕੈਨੇਡਾ ਦੇ ਵਿੱਚ ਅਸੀਂ ਚਲੇ ਜਾਈਏ, ਚਾਹੇ ਉਹ ਕੋਈ ਵੀ ਤਰੀਕਾ ਹੋਵੇ, ਚਾਹੇ ਉਹ ਲੀਗਲ ਹੋਵੇ, ਚਾਹੇ ਇਲੀਗਲ ਤਰੀਕਿਆਂ ਤੇ ਵੀ ਹੁਣ ਪੰਜਾਬੀ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ। ਪਰ ਕੀ ਪੰਜਾਬੀਆਂ ਨੂੰ ਪਤਾ ਕਿ ਬਾਹਰ ਜਾਣ ਦੇ, ਕੈਨੇਡਾ ਜਾਣ ਦੇ ਅਸਲ ਦੇ ਵਿੱਚ ਰਸਤੇ ਕੀ ਨੇ? ਕਿਉਂਕਿ ਅੱਜ ਕੱਲ੍ਹ ਏਜੰਟਾਂ ਨੇ ਇੱਕੋ ਚੀਜ਼ ਨੂੰ ਪ੍ਰਮੋਟ ਕਰ ਕਰਕੇ ਲੋਕਾਂ ਦੇ ਦਿਮਾਗ ਦੇ ਵਿੱਚ ਬਿਠਾਈ ਹੋਈ ਹੈ ਕਿ ਜੇਕਰ ਤੁਸੀਂ ਕੈਨੇਡਾ ਜਾਣਾ ਹੈ ਤਾਂ ਸਿਰਫ ਤੁਸੀਂ ਸਟੱਡੀ ਵੀਜ਼ਾ ਤੇ ਤੁਸੀਂ ਬਾਹਰ ਜਾ ਸਕਦੇ ਹੋ। ਹੋਰ ਤੁਹਾਡੇ ਕੋਲ ਕੋਈ ਰਾਹ ਨਹੀਂ ਹੈਗਾ ਜਿਸ ਦੇ ਜ਼ਰੀਏ ਤੁਸੀਂ ਲੀਗਲੀ ਕੈਨੇਡਾ ਦੇ ਵਿੱਚ ਪਹੁੰਚ ਸਕਦੇ ਹੋ। ਅੱਜ ਅਸੀਂ ਉਹਨਾਂ ਰਸਤਿਆਂ ਦੀ ਗੱਲ ਕਰਾਂਗੇ ਤੇ ਬਹੁਤ ਸਾਰੇ ਲੋਕ ਜਿਹੜੀਆਂ ਗਲਤੀਆਂ ਕਰਦੇ ਨੇ ਬਾਹਰ ਜਾਣ ਵੇਲੇ ਜਾਂ ਏਜੰਟਾਂ ਨੂੰ ਪੁੱਛਣ ਵੇਲੇ। ਤੁਸੀਂ ਜਦੋਂ ਕਿਸੇ ਏਜੰਟ ਕੋਲ ਜਾਂਦੇ ਹੋ ਤਾਂ ਤੁਸੀਂ ਕੀ ਪੁੱਛਦੇ ਹੋ ਕਿ ਕੈਨੇਡਾ ਤੇ ਤੁਸੀਂ ਇੱਥੇ ਭੇਜਦੇ ਹੋ? ਅੱਗੋਂ ਕਹਿੰਦਾ ਹਾਂਜੀ। ਕਿੰਨੇ ਪੈਸੇ 'ਚ ਭੇਜਦੇ ਹੋ? ਇੰਨੇ ਪੈਸੇ। ਬਸ ਇਹ ਪੁੱਛ ਕੇ ਤੁਸੀਂ ਬਾਹਰ ਆ ਜਾਂਦੇ ਹੋ ਤੇ ਤੁਸੀਂ ਇੱਕ ਸ਼ਬਦ ਸੁਣਨ ਦੇ ਲਈ ਜਾਂਦੇ ਹੋ ਕਿ ਕੋਈ ਏਜੰਟ ਕਹਿ ਦੇ ਤੁਹਾਨੂੰ ਕਿ ਹਾਂ ਤੁਹਾਨੂੰ ਮੈਂ ਬਾਹਰ ਭੇਜ ਸਕਦਾ, ਤਾਂ ਉਹ ਸ਼ਬਦ ਸੁਣ ਕੇ ਤੁਸੀਂ ਬਾਹਰ ਆ ਜਾਂਦੇ ਹੋ। ਪਰ ਜਦੋਂ ਅਸਲ ਦੇ ਵਿੱਚ ਤੁਹਾਡਾ ਸਾਰੇ ਕਾਗਜ਼ ਪ੍ਰੋਸੈਸ ਦੇ ਵਿੱਚ ਜਾਂਦੇ ਨੇ ਤਾਂ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ, ਤੁਹਾਡੇ ਪੈਸੇ ਬਰਬਾਦ ਹੁੰਦੇ ਨੇ, ਤਾਂ ਤੁਹਾਨੂੰ ਉਹ ਪੈਸਿਆਂ ਦਾ ਵੀ ਹਿਸਾਬ ਜਿਹੜਾ ਉਹ ਨਹੀਂ ਮਿਲਦਾ। ਅੱਜ ਅਸੀਂ ਉਹਨਾਂ ਚੀਜ਼ਾਂ ਤੇ ਗੱਲਬਾਤ ਕਰਾਂਗੇ ਤਾਂ ਕਿ ਜਿਹੜੇ ਪੰਜਾਬੀ ਨੇ ਜਿਨ੍ਹਾਂ ਨੂੰ ਬਾਹਰ ਜਾਣ ਦਾ ਬਹੁਤ ਰੁਝਾਨ ਜਿਨ੍ਹਾਂ ਦੇ ਵਿੱਚ ਵਧਿਆ ਹੋਇਆ ਉਹ ਬਾਹਰ ਜ਼ਰੂਰ ਜਾਣ। ਪਰ ਜਾਣ ਕਿਸ ਰਸਤੇ? ਕਿਹੜਾ ਰਸਤਾ ਸਹੀ ਹੈ, ਕਿਹੜਾ ਰਸਤਾ ਲੀਗਲ ਹੈ, ਕਿਹੜਾ ਰਸਤਾ ਇਲੀਗਲ ਹੈ, ਉਹ ਤੁਹਾਨੂੰ ਅਸੀਂ ਸਾਰੇ ਦੱਸਾਂਗੇ ਕਿ ਕਿਹੜੇ ਰਸਤੇ ਬਾਹਰ ਜਾਣਾ ਸੌਖਾ ਹੈ ਤੇ ਕਿਹੜੇ ਰਸਤਾ ਸਹੀ ਹੈ। ਤਾਂ ਉਸੇ ਦੀ ਗੱਲਬਾਤ ਕਰਨ ਲਈ ਸਾਡੇ ਨਾਲ ਗਲੋਬਲ ਅਚੀਵਰਸ ਤੋਂ ਗਗਨ ਜੀ ਮੌਜੂਦ ਨੇ। ਗਗਨ ਜੀ ਨਾਲ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ। ਸਰ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਪੰਜਾਬੀ ਜਦੋਂ ਇਨਕੁਆਇਰੀ ਕਰਨ ਜਾਂਦੇ ਨੇ ਕਿਸੇ ਏਜੰਟ ਦੇ ਕੋਲ, ਉਹਨਾਂ ਨੂੰ ਇਨਕੁਆਇਰੀ ਕਰਨੀ ਵੀ ਨਹੀਂ ਆਉਂਦੀ। ਉਹ ਬਸ ਇਹ ਸੁਣ ਕੇ ਆ ਜਾਂਦੇ ਨੇ ਕੋਈ ਏਜੰਟ ਉਹਨਾਂ ਨੂੰ ਕਹਦੇ ਹਾਂ ਤੁਹਾਨੂੰ ਅਸੀਂ ਬਾਹਰ ਭੇਜ ਸਕਦੇ ਹਾਂ, ਕਿੰਨੇ ਪੈਸਿਆਂ 'ਚ ਭੇਜ ਸਕਦੇ ਹਾਂ, ਇਹ 2 ਲਾਈਨਾਂ ਸੁਣ ਕੇ ਉਹ ਬਾਹਰ ਆ ਜਾਂਦੇ ਨੇ। ਇਨਕੁਆਇਰੀ ਅਸਲ ਦੇ ਵਿੱਚ ਬੰਦੇ ਨੂੰ ਕਰਨੀ ਕੀ ਚਾਹੀਦੀ ਹੈ? ਏਜੰਟ ਤੋਂ ਕਿਹੜੇ-ਕਿਹੜੇ ਸਵਾਲ ਪੁੱਛਣੇ ਚਾਹੀਦੇ ਨੇ? ਤੁਸੀਂ ਸਹੀ ਕਿਹਾ ਕਿ ਜੀ ਉਹ ਤਿੰਨ ਸਟੈਪ ਇਨਕੁਆਇਰੀ ਹੈ ਸਾਡੇ ਕੋਲੇ। ਮੈਂ ਬਾਹਰ ਜਾਣਾ, ਮੈਂ ਬਾਹਰ ਜਾ ਸਕਦਾ ਕਿ ਨਹੀਂ ਜਾ ਸਕਦਾ, ਇੰਨਾ ਪੁੱਛਦੇ ਆ। ਦੈਨ ਉਹ ਪੁੱਛਦੇ ਆ ਕਿ ਹਾਂ ਸੁਣਦੇ ਆ। ਬਿਲਕੁਲ। ਠੀਕ ਹੈ ਜੀ। ਤਾਂ ਕਨਸੈਪਟ ਹੈ ਕਿ ਉਹ ਸੁਣਨਾ ਹੀ ਹਾਂ ਚਾਹੁੰਦੇ। ਬਿਲਕੁਲ। ਦੈਨ ਉਹ ਪੁੱਛਦੇ ਜੀ ਪੈਸੇ ਕਿੰਨੇ ਲੱਗਣਗੇ। ਜਦਕਿ ਪੈਸੇ ਤਾਂ ਜੋ ਹੈ ਇੱਕ ਥਰਡ ਐਂਡ ਲਾਸਟ ਸਟੈਪ ਹੈ ਕਿ ਜੋ ਤੁਹਾਡੀ ਜੈਨੂਇਨ ਫੀਸ ਆ, ਚਾਹੇ ਉਹਦੀ RCIC ਦੀ ਜਾਂ ਜਿਹੜਾ ਵੀ ਕੋਈ ਤੁਹਾਡਾ ਕੰਸਲਟੈਂਟ ਆ ਉਹਦੀ ਪ੍ਰੋਫੈਸ਼ਨਲ ਫੀਸ ਆ, ਉਹ ਬਾਅਦ ਚ ਮੈਟਰ ਕਰਦੀ ਹੈ। ਜਿਹੜੀ ਗਵਰਨਮੈਂਟ ਫੀਸ ਆ ਉਹ ਬਾਅਦ ਚ ਮੈਟਰ ਕਰਦੀ ਆ। ਤਾਂ ਪਹਿਲੀ ਚੀਜ਼ ਤਾਂ ਇਹ ਪੁੱਛਣਾ ਜਾ ਕੇ ਕਿ ਮੈਂ ਐਲੀਜੀਬਲ ਹੈਗਾ ਕਿ ਨਹੀਂ ਹੈਗਾ। ਜੇ ਐਲੀਜੀਬਲ ਹੋ ਤੁਸੀਂ ਕਿਸੇ ਚੀਜ਼ ਲਈ ਤਾਂ ਹੀ ਤੁਸੀਂ ਜਾਓਗੇ। ਤੇ ਜੇ ਐਲੀਜੀਬਲ ਨਹੀਂ ਹੈਗੇ ਦੈਟ ਮੀਨਸ ਫਿਰ ਸਾਰਾ ਕੁਝ ਕ੍ਰੀਏਟ ਕੀਤਾ ਜਾਊਗਾ, ਫਿਰ ਤੁਸੀਂ ਸਕੈਮ ਲਈ ਆਪ ਯੈਸ ਕਰ ਰਹੇ ਹੋ। ਤਾਂ ਪਹਿਲਾਂ ਇਹ ਪੁੱਛੋ ਕਿ ਜੀ ਆ ਮੇਰੇ ਕੋਲ ਆ ਮੇਰੀ ਐਜੂਕੇਸ਼ਨ ਆ ਮੇਰੀ ਆਇਲਸ ਆ, ਜਾਂ ਆਇਲਸ ਹੈ ਜਾਂ ਮੇਰੇ ਕੋਲ ਨਹੀਂ ਹੈ। ਠੀਕ ਹੈ ਜੀ। ਇਹ ਸੈਪਰੇਟ ਇਸ਼ੂ ਆ। ਜਾਂ ਫਿਰ ਮੇਰੇ ਕੋਲੇ ਕਿਹੜੇ ਤਰੀਕੇ ਨੇ। ਤਾਂ ਅਸੀਂ ਉਹਨਾਂ ਨੂੰ ਆਪ ਨਹੀਂ ਪਿੱਚ ਕਰਨਾ ਕਿ ਮੈਂ ਜੀ ਜਾਣਾ ਤੇ ਮੈਨੂੰ ਵਰਕ ਪਰਮਿਟ ਲੈ ਕੇ ਦਿਓ।
ਕਿ ਇਹ ਕੋਈ ਮਤਲਬ ਇਦਾਂ ਦੀ ਪ੍ਰੋਡਕਟ ਨਹੀਂ ਹੈਗਾ ਕਿਸੇ ਚੀਜ਼ ਦਾ ਕਿ ਅਸੀਂ ਪੈਸੇ ਪੇ ਕੀਤੇ ਤੇ ਅਸੀਂ ਖਰੀਦ ਲਿਆ ਤੇ ਹੁਣ ਅਸੀਂ ਉਹਤੇ ਪ੍ਰੋਸੀਡ ਕਰ ਦਾਂਗੇ। ਤਾਂ ਜੈਨੂਅਨ ਸਟੈਪ ਕੀ ਹੈ ਕਿ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਇਨਕੁਆਇਰ ਕਰਨ ਜਾਂਦੇ ਹੋ ਤਾਂ ਪਹਿਲਾਂ ਆਪਣੀ ਐਲੀਜੀਬਿਲਟੀ ਚੈੱਕ ਕਰਵਾਇਆ ਕਰੋ ਕਿ ਜੀ ਮੈਂ ਐਲੀਜੀਬਲ ਹੈਗਾ ਕਿ ਨਹੀਂ ਹੈਗਾ ਕਿਸੇ ਵੀ ਪ੍ਰੋਗਰਾਮ ਲਈ। ਫਿਰ ਮੈਂ ਕਿਹੜੇ ਪ੍ਰੋਗਰਾਮ ਲਈ ਐਲੀਜੀਬਲ ਆ, ਤਾਂ ਉਹਨਾਂ ਪ੍ਰੋਗਰਾਮਾਂ ਦੀ ਵੀ ਜੇ ਉਹ ਸਹੀ ਕੰਸਲਟੈਂਟ ਹੋਊਗਾ ਤੁਹਾਨੂੰ ਉਹ ਸਾਰੇ ਪ੍ਰੋਗਰਾਮ ਦੱਸੂਗਾ, ਕਿਸੇ ਇੱਕ ਸਪੈਸੀਫਿਕ ਪ੍ਰੋਗਰਾਮ ਨੂੰ ਨਹੀਂ ਕਹੂਗਾ ਕਿ ਜੀ ਸਿਰਫ ਤੁਸੀਂ ਆਹੀ ਕਰ ਸਕਦੇ ਹੋ। ਦੋ ਤੁਹਾਡਾ ਜੈਨੂਅਨਲੀ ਹੈਗਾ, ਫਿਰ ਉਹਦੀ ਐਲੀਜੀਬਿਲਟੀ ਪੁੱਛਣ ਤੋਂ ਬਾਅਦ ਵੀ ਉਹਦੀ ਰਿਕੁਆਇਰਮੈਂਟ ਆ, ਕਿਉਂਕਿ ਹਰ ਇੱਕ ਪ੍ਰੋਗਰਾਮ ਦੀ ਰਿਕੁਆਇਰਮੈਂਟ ਡਿਫਰੈਂਟ ਹੈ। ਤਾਂ ਹੁਣ ਜੇ ਐਲੀਜੀਬਿਲਟੀ ਮੀਟ ਕਰਦੇ ਹੋ ਤਾਂ ਤੁਸੀਂ ਰਿਕੁਆਇਰਮੈਂਟਸ ਤੇ ਆਓਗੇ, ਰਿਕੁਆਇਰਮੈਂਟਸ ਦੇ ਅੰਦਰ ਹੀ ਤੁਹਾਡੀ ਫੀਸ ਆ। ਬਿਲਕੁਲ ਦੈਟਸ ਇਟ। ਤਾਂ ਤੁਸੀਂ ਇੱਕ ਫਲੋ ਵਾਈਜ਼ ਜਾਣਾ, ਤੁਹਾਡੇ ਫਲੋਜ਼ ਨੇ ਕਿ ਜੀ ਪਹਿਲਾਂ ਤਾਂ ਤੁਸੀਂ ਇੱਕ ਬੰਦੇ ਕੋਲੇ ਗਏ, ਆਪਸ਼ਨਾਂ ਦਿੱਤੀਆਂ ਤੇ ਫਿਰ ਆਪਸ਼ਨਾਂ ਕੰਪੇਅਰ ਵੀ ਕਰ ਲਓ ਕਿ ਮੇਰੇ ਲਈ ਬੈਸਟ ਪੋਸੀਬਲ ਕਿਹੜੀ ਹੈ ਤੇ ਇਸ ਟਾਈਮ ਮੈਨੂੰ ਕਿਹੜੀ ਚੀਜ਼ ਸੂਟ ਕਰਦੀ, ਕਿਉਂਕਿ ਪ੍ਰੋਗਰਾਮ ਇੰਨੇ ਕੁ ਜ਼ਿਆਦਾ ਨੇ ਕਿ ਇਕੱਲਾ ਸਟੱਡੀ ਨਹੀਂ ਹੈਗਾ, ਇਕੱਲਾ ਆਇਲਸ ਔਰ ਵਿਦਆਊਟ ਆਇਲਸ ਦਾ ਮਸਲਾ ਨਹੀਂ, ਸਿਰਫ ਡਿਫਰੈਂਟ ਇਮੀਗ੍ਰੇਸ਼ਨ ਪ੍ਰੋਗਰਾਮ ਹੈਗੇ ਨੇ ਕਿ ਜਿਨ੍ਹਾਂ ਦੀ ਰਿਕੁਆਇਰਮੈਂਟ ਡਿਫਰੈਂਟ ਹੈ। ਜਿਵੇਂ ਤੁਸੀਂ ਤੁਹਾਡੇ ਕੋਲੇ ਬੇਸਿਕ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਹੁੰਦੀਆਂ ਤੁਹਾਡੀ ਏਜ ਜਿਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਤੁਹਾਡੀ ਐਜੂਕੇਸ਼ਨ ਜਿਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਬਟ ਸਾਡੇ ਬੰਦੇ ਫਿਰ ਵੀ ਕਰ ਦਿੰਦੇ ਆ, ਠੀਕ ਹੈ ਜੀ। ਬਟ ਉਸ ਤੋਂ ਬਾਅਦ ਆ ਗਈ ਕਿ ਹੋਰ ਉਹ ਤੁਹਾਨੂੰ ਆਪਸ਼ਨਾਂ ਦਿੰਦੇ ਨੇ ਕਿ ਜੇ ਤੁਹਾਡੀ ਐਲੀਜੀਬਿਲਟੀ ਮੀਟ ਨਹੀਂ ਹੁੰਦੀ, ਸਪੋਜ਼ ਮੇਰੀ ਐਲੀਜੀਬਿਲਟੀ ਮੀਟ ਨਹੀਂ ਹੋ ਰਹੀ ਤਾਂ ਉੱਥੇ ਆਪਸ਼ਨਾਂ ਨੇ ਕਿ ਕਿਹੜੀ ਇਹਨਾਂ ਚੋਂ ਚੀਜ਼ ਅਸੀਂ ਇਨਕਰੀਜ਼ ਕਰੀਏ। ਸਪੋਜ਼ ਤੁਸੀਂ ਕਹਿ ਰਹੇ ਹੋ ਕਿ ਜੀ ਮੇਰੇ ਕੋਲੇ 1 ਚੋਂ 5.5 ਨੇ, ਤਾਂ ਮੈਂ ਤੁਹਾਨੂੰ ਜਨਰਲੀ ਕਹੂੰਗਾ ਕਿ 5.5 ਅਪਲਾਈ ਕਰਨ ਨਹੀਂ ਤੁਹਾਨੂੰ ਕੋਈ ਰੋਕ ਸਕਦਾ, ਬਟ ਪੋਸੀਬਿਲਿਟੀ ਘੱਟ ਆ। ਤਾਂ ਉਹ ਮੇਰੀ ਐਡਵਾਈਸ ਆ, ਹਨਾ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ, ਬਟ ਮੈਂ ਤੁਹਾਨੂੰ ਇਹ ਨਹੀਂ ਕਹੂੰਗੀ ਹਾਂ ਲਾ ਦੋ ਹੋ ਜਾਊਗਾ। ਤਾਂ ਹੁਣ ਤੁਹਾਡੇ ਕੋਲੇ ਮਾਰਜਨ ਕਿੱਥੇ ਆ? ਤੁਹਾਡੇ ਕੋਲੇ ਮਾਰਜਨ ਤੁਹਾਨੂੰ ਪਤਾ ਕਿ ਜੀ ਇਹ 5.5 ਨੂੰ ਮੈਂ 6 ਕਰ ਦੂੰਗਾ, ਜਾਂ ਜਿਹੜਾ ਸਹੀ ਕੰਸਲਟੈਂਟ ਹੋਊਗਾ ਉਹ ਤੁਹਾਨੂੰ ਇਹ ਕਹੂਗੀ ਜੀ 5.5 ਨੂੰ ਤੁਸੀਂ 6 ਕਰ ਸਕਦੇ ਹੋ, ਦੁਬਾਰਾ ਇਸ ਪੇਪਰ ਦੇ ਦਿਓ। ਹਾਂ ਬਿਲਕੁਲ। ਤਾਂ ਕੀ ਹੋ ਗਿਆ, ਆਪਸ਼ਨ ਵੱਧ ਗਈ ਤੁਹਾਡੇ ਕੋਲੇ। ਆਪਸ਼ਨ ਵਧਣ ਨਾਲ ਕੀ ਹੋਇਆ, ਤੁਹਾਡੀ ਕਾਲਜ ਦੀ ਚੋਇਸ ਬ੍ਰੌਡ ਹੋ ਗਈ, ਤੁਹਾਡੇ ਕੋਰਸ ਪ੍ਰੋਗਰਾਮ ਦੀ ਬ੍ਰੌਡ ਹੋ ਗਈ। ਦੈਨ ਉਹਦੇ ਨਾਲ ਹੀ ਤੁਹਾਡੀਆਂ ਜਿਹੜੀਆਂ ਇਨ ਫਿਊਚਰ ਜਿਹੜੀ ਤੁਹਾਡੀ ਇਨਸਾਈਡ ਕੈਨੇਡਾ ਹੋਣਾ ਸੀਗਾ ਉਹ ਚੀਜ਼ਾਂ ਵੀ ਡਿਫਰੈਂਟ ਵੇ ਨਾਲ ਹੁੰਦੀਆਂ ਨੇ, ਕਿਉਂਕਿ ਜਦੋਂ ਤੁਸੀਂ ਇੱਕ ਪਾਥਵੇ ਤੇ ਚੱਲਦੇ ਹੋ ਫਿਰ ਉਹ ਸਾਰਾ ਪਲੇਟਫਾਰਮ ਡਿਫਰੈਂਟ ਹੋ ਜਾਂਦਾ। ਗਗਨ ਜੀ ਬਿਲਕੁਲ ਸਿੰਪਲ ਗੱਲਾਂ ਨੇ ਕਿ ਜੇਕਰ ਅਸੀਂ ਕੈਨੇਡਾ ਜਾਣਾ ਤਾਂ ਸਾਨੂੰ ਐਲੀਜੀਬਿਲਟੀ ਕ੍ਰਾਈਟੇਰੀਆ ਤੇ ਖਰਾ ਉਤਰਨਾ ਪਊਗਾ। ਜਿਹੜਾ ਵੀ ਬੱਚਾ ਕੈਨੇਡਾ ਜਾਂਦਾ +2 ਪਾਸ ਤੋਂ ਕਰਤਾ ਜਾ ਨਹੀਂ ਰਿਹਾ। +2 ਪਾਸ ਬੱਚੇ ਨੂੰ ਅੱਜ ਕੱਲ ਦੇ ਨੂੰ ਇੰਨੀ ਅਕਲ ਹੈਗੀ ਹੈ, ਹਰੇਕ ਦੇ ਫੋਨ ਦੇ ਵਿੱਚ ਗੂਗਲ ਹੈਗਾ ਵੀ ਮੈਂ ਸਰਚ ਕਰਕੇ ਦੇਖ ਲਵਾਂ ਵੀ ਮੇਰੀ ਐਲੀਜੀਬਿਲਟੀ ਕੀ ਬਣਦੀ ਹੈ। ਫਿਰ ਉੱਥੇ ਤੁਸੀਂ ਬੱਚਿਆਂ ਨੂੰ ਬੇਵਕੂਫ ਸਮਝੋਗੇ ਜਾਂ ਏਜੰਟਾਂ ਨੂੰ ਤੁਸੀਂ ਸਮਝੋਗੇ ਕਿ ਉਹ ਚਲਾਕੀ ਕਰਦੇ ਨੇ ਏਜੰਟ, ਕਿ ਬੱਚਿਆਂ ਨੂੰ ਐਲੀਜੀਬਿਲਟੀ ਨਹੀਂ ਦੱਸਦੇ, ਜਾਂ ਬੱਚਿਆਂ ਨੂੰ ਤੁਸੀਂ ਬੇਵਕੂਫ ਕਹੋਗੇ ਕਿ ਜਿਹੜੇ ਉਹ ਏਜੰਟ ਨੂੰ ਸਵਾਲ ਨਹੀਂ ਕਰਦੇ ਕਿ ਮੇਰੀ ਐਲੀਜੀਬਿਲਟੀ ਬਣਦੀ ਵੀ ਹੈ ਕਿ ਨਹੀਂ। ਸਰ ਜੇ ਤੁਸੀਂ ਕਸਟਮਰ ਹੋ ਤਾਂ ਤੁਸੀਂ ਹੀ ਕੁਐਸਚਨ ਕਰਨੇ ਨੇ। ਬਿਲਕੁਲ। ਪੈਸੇ ਪੇ ਕਰ, ਤੁਸੀਂ ਉਸ ਚੀਜ਼ ਤੇ ਪੈਸੇ ਪੇ ਕਰ ਰਹੇ ਹੋ, ਜਦੋਂ ਤੁਸੀਂ ਪੈਸੇ ਪੇ ਕਰ ਰਹੇ ਹੋ ਤਾਂ ਤੁਹਾਡੇ ਫੁੱਲ ਰਾਈਟਸ ਨੇ ਕਿ ਤੁਸੀਂ ਕਰੋਗੇ। ਸੈਕੰਡ ਇਹਦੇ ਵਿੱਚ ਹੈਗਾ ਜਿਹੜੀ ਗੱਲ ਆ ਗਈ ਕਿ ਬੱਚੇ ਕੋਲੇ ਮੋਬਾਈਲ ਆ, ਹਰ ਇੱਕ ਬੱਚੇ ਕੋਲੇ ਮੋਬਾਈਲ ਆ ਜਾਂ ਹਰ ਇੱਕ ਬੱਚੇ ਕੋਲੇ ਇੰਟਰਨੈਟ ਦਾ ਐਕਸੈਸ ਹੈਗਾ, ਹਨਾ, ਦਿਨ ਦਾ 2-2 GB ਹੈਗਾ। ਬਟ ਉਹਦੇ ਨਾਲ ਓਵਰਲੋਡ ਆਫ ਇਨਫੋਰਮੇਸ਼ਨ ਵੀ ਹੈਗੀ ਆ ਕਿ ਓਵਰਲੋਡ ਆਫ ਇਨਫੋਰਮੇਸ਼ਨ ਆ, ਤਾਂ ਉਹਨੂੰ ਹੁਣ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਇਨਫੋਰਮੇਸ਼ਨ ਸਹੀ ਆ। ਹੁਣ 10 ਬੰਦੇ ਆਪਣਾ ਚੀਜ਼ ਤੋਂ ਬ੍ਰੌਡਕਾਸਟ ਕਰ ਰਹੇ ਕਿ ਜੀ ਆ ਵੀ ਹੈਗਾ, ਆ ਵੀ ਹੈਗਾ, ਆ ਵੀ ਹੈਗਾ, ਹਨਾ। ਤਾਂ ਹੁਣ ਜਿਵੇਂ ਤੁਹਾਡੀ ਨਿਊਜ਼ ਇੰਡਸਟਰੀ ਦਾ ਵੀ ਸੇਮ ਹਾਲ ਹੈ ਨਾ ਕਿ ਵੀ ਜੀ ਨਿਊਜ਼ ਆਉਂਦੀ ਆ, ਇੱਕੋ ਟੌਪਿਕ ਤੇ ਨਿਊਜ਼ ਆਉਂਦੀ ਆ, ਤਾਂ 7 ਬੰਦੇ ਉਹਨੂੰ ਡਿਫਰੈਂਟ ਤਰੀਕੇ ਨਾਲ ਤੁਹਾਡੇ ਕਹਿ ਲਿਆ ਕਿ ਪ੍ਰੈਜ਼ੈਂਟ ਕਰਦੇ ਕਿ ਜੀ ਆਹ ਨਿਊਜ਼ ਇਦਾਂ, ਤਾਂ ਉਹ ਚੌਥੇ 5 ਬੰਦੇ ਨਾਲ ਨਿਊਜ਼ ਕੁਝ ਹੋਰ ਹੋ ਜਾਂਦੀ ਆ, ਰਾਈਟ। ਤਾਂ ਸੇਮ ਵੇ ਨਾਲ ਇੱਧਰ ਵੀ ਹੋ ਰਿਹਾ ਕਿ ਇੱਕ ਬੰਦਾ ਕਹਿ ਰਿਹਾ ਕਿ ਜੀ ਹਾਂਜੀ ਵਿਦਆਊਟ ਹੈਲਸ ਵੀ ਹੋ ਜਾਊਗਾ, ਇੱਕ ਬੰਦਾ ਕਹਿ ਰਿਹਾ ਕਿ ਨਹੀਂ ਹੋਊਗਾ। ਬਟ ਜਨਰਲੀ ਇਹ ਤਾਂ ਹੁਣ ਇੰਨਾ ਕਿ ਇਨਫੋਰਮੇਟਿਵ ਸਟੂਡੈਂਟ ਨੂੰ ਹੋਣਾ ਚਾਹੀਦਾ, ਜਾਂ ਜਿਹੜਾ ਕਸਟਮਰ ਆ ਉਹਨੂੰ ਹੋਣਾ ਚਾਹੀਦਾ ਕਿ ਜੀ ਉਹਦੀ ਬੇਸਿਕ ਐਲੀਜੀਬਿਲਟੀ ਕੀ ਹੈ। ਤੁਸੀਂ ਉੱਥੇ ਗਏ ਕਿਉਂ? ਸਿਰਫ ਇਹ ਸੋਚ ਕੇ ਨਹੀਂ ਤਾਂ ਨਹੀਂ ਗਏ ਨਾ ਕਿ ਵੀ ਕੈਨੇਡਾ ਜਾਣਾ, ਬਟ ਐਗਜ਼ੈਕਟਲੀ ਅਸੀਂ ਇਹੀ ਸੋਚ ਕੇ ਗਏ ਕਿ ਮੈਂ ਕੈਨੇਡਾ ਜਾਣਾ। ਉਹ ਇੱਕ ਦੁਕਾਨ ਮੈਂ ਸ਼ਬਦ ਸੁਣ ਲਾ ਏਜੰਟ ਤੋਂ ਵੀ, ਉਹ ਕਹਦੇ ਵੀ ਮੈਂ ਤੈਨੂੰ ਕੈਨੇਡਾ ਭੇਜ ਦੂੰ, ਟੈਨਸ਼ਨ ਨਾ ਲੈ, ਤੂੰ ਟੈਨਸ਼ਨ ਨਾ ਲੈ, ਮੈਂ ਸਾਰਾ ਕੁਝ ਕਰ ਦੂੰਗਾ, ਫੀਸ ਵੀ ਮੈਂ ਪੇ ਕਰੂੰ, ਸਾਰਾ ਕੁਝ ਕਰ ਦੂੰਗਾ, ਤੁਸੀਂ ਬਸ ਕਾਗਜ਼ ਜਮ੍ਹਾਂ ਕਰੋ ਤੇ ਫੀਸ ਜਮ੍ਹਾਂ ਕਰੋ, ਰਾਈਟ। ਤਾਂ ਹੁਣ ਇਹ ਇੱਥੇ ਹੁਣ ਬੱਚੇ ਨੂੰ ਹੀ ਅਵੇਅਰ ਜ਼ਿਆਦਾ ਹੋਣਾ ਪੈਣਾ ਨੇ। ਜੇ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਪ੍ਰੋਬਲਮ ਹੁਣ ਆ ਰਹੀ ਹੈ ਕਿ ਜ਼ਿਆਦਾ ਸਕੈਮ ਹੋ ਰਿਹਾ, ਹਨਾ, ਸਕੈਮ ਹੋ ਰਿਹਾ ਜਾਂ ਫਰਾਡਲੈਂਟਸ ਹੋ ਰਹੇ ਨੇ, ਤਾਂ ਉਹ ਤੋਂ ਤਾਂ ਇਹੀ ਹੈ ਨਾ ਕਿ ਅਵੇਅਰਨੈਸ ਜਾਂ ਵਿਜੀਲੈਂਸ ਹੀ ਉਹਦਾ ਇੱਕ ਆਲਟਰਨੇਟਿਵ ਹੈਗਾ। ਤਾਂ ਦੂਸਰੀ ਚੀਜ਼ ਕੀ ਹੈ ਕਿ ਇਹਨੂੰ ਕਰਨ ਦਾ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ ਤੇ cic.gc.ca ਤੇ ਸਾਰੀ ਇਨਫੋਰਮੇਸ਼ਨ ਪਈ ਆ, ਹਰ ਇੱਕ ਸਿੰਗਲ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਬੇਸਿਕ ਇਨਫੋਰਮੇਸ਼ਨ ਪਈ ਆ। ਤਾਂ ਐਟਲੀਸਟ ਤੁਸੀਂ ਬੇਸਿਕ ਇਨਫੋਰਮੇਸ਼ਨ ਤਾਂ ਲੈ ਕੇ ਜਾਓ ਕਿ ਕੱਲ ਨੂੰ ਸਪੋਜ਼ ਤੁਸੀਂ ਇੱਕ ਏਜੰਟ ਹੋ ਤਾਂ ਤੁਸੀਂ ਮੈਨੂੰ ਕਹਿ ਦਿਓ ਕਿ ਜੀ ਆਹ ਫਲਾਣਾ ਪ੍ਰੋਗਰਾਮ ਹੈ, ਤੁਸੀਂ ਇਹ 'ਚ ਐਲੀਜੀਬਲ ਹੋ, ਤੁਸੀਂ ਚੈੱਕ ਨਹੀਂ ਕੀਤਾ, ਤੁਸੀਂ ਬਲਾਈਂਡਲੀ ਕਹਿਤਾ। ਬਟ ਹੁਣ ਉਹਦੀ ਜਗ੍ਹਾ ਤੇ ਸਪੋਜ਼ ਇੱਕ ਇਨਫੋਰਮੇਟਿਵ ਬੰਦਾ ਗਿਆ ਜਿਹੜਾ ਪਹਿਲਾਂ ਇੱਕ ਇਨਫੋਰਮੇਸ਼ਨ ਲੈ ਕੇ ਗਿਆ, ਸਪੋਜ਼ ਮੈਂ ਉਹਨੂੰ ਏਦਾਂ ਹੀ ਕਹਤਾ ਕਿ ਜੀ ਹਾਂਜੀ ਕੱਲ ਨੂੰ ਤੁਹਾਡੀ PNP ਹੋ ਜਾਣੀ ਆ, ਤਾਂ ਮੈਨੂੰ ਪਤਾ ਕਿ ਜੀ PNP ਨਹੀਂ ਹੋਣੀ,
ਸਪੋਜ਼ ਮੈਂ ਪੜ੍ਹ ਕੇ ਗਿਆ ਕਿ ਜੀ ਮੇਰੀ ਤਾਂ ਐਲੀਜੀਬਿਲਟੀ ਬਣਦੀ ਨਹੀਂ ਜਾਂ ਮੈਂ ਕੁਝ ਪੁਆਇੰਟਸ ਕੈਲਕੂਲੇਟ ਕੀਤੇ ਸੀਗੇ, ਤਾਂ ਹੀ ਤੁਸੀਂ ਕੁਐਸਚਨ ਕਰੋਗੇ ਨਾ ਉਹਨੂੰ ਕਿ ਭਾਜੀ ਵੀ ਉੱਥੇ ਤਾਂ ਪ੍ਰੋਗਰਾਮ ਹੈ ਨਹੀਂਗਾ। ਹੁਣ ਕੱਲ ਨੂੰ ਸਪੋਜ਼ ਤੁਹਾਨੂੰ ਬੰਦਾ ਕਹਿੰਦੇ ਕਿ ਨਹੀਂ ਜੀ ਤੁਹਾਡੀ ਜਿਹੜੀ ਕੈਟਾਗਰੀ ਆ ਉੱਥੇ ਬਹੁਤ ਸਕਿੱਲ ਐਂਡ ਡਿਮਾਂਡ ਦੇ ਵਿੱਚ ਹੈਗੀ ਆ, ਬਟ ਤੁਸੀਂ ਪੜ੍ਹ ਕੇ ਗਏ ਹੋ ਤਾਂ ਤੁਹਾਨੂੰ ਪਤਾ, ਮੈਨੂੰ ਪਤਾ, ਜਾਂ ਤਾਂ ਤੁਸੀਂ ਚੁੱਪ ਕਰਕੇ ਉੱਥੋਂ ਬਾਹਰ ਆ ਜਾਓਗੇ ਜਾਂ ਫਿਰ ਉਹਨੂੰ ਕੁਐਸਚਨ ਕਰ ਲਓਗੇ। ਕੁਐਸਚਨ ਕਰ ਲਓਗੇ ਤਾਂ ਫਿਰ ਉਹਦਾ ਕੋਈ ਆਨਸਰ ਨਹੀਂ ਹੋਊਗਾ, ਤਾਂ ਤੁਹਾਨੂੰ ਪਤਾ ਫਿਰ ਕਿ ਉੱਥੇ ਇਨਫੋਰਮੇਸ਼ਨ ਦਾ ਡਿਫਰੈਂਸ ਹੁੰਦਾ। ਫਿਰ ਉਹ ਜਦੋਂ ਸਾਨੂੰ ਪਤਾ ਹੁੰਦਾ ਕਿ ਬੰਦੇ ਕੋਲ ਇਨਫੋਰਮੇਸ਼ਨ ਹੈਗੀ ਆ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਮੈਨੂਪੂਲੇਟ ਨਹੀਂ ਹੁੰਦੀਆਂ, ਫਿਰ ਉਹ ਉਹਦੇ ਤੇ ਕੁਝ ਮਤਲਬ ਆਪਣੀ ਚੀਜ਼ ਨਹੀਂ ਓਵਰਲੇਅਰ ਕਰ ਸਕਦਾ ਨਾ ਕਿ ਵੀ ਤੁਹਾਨੂੰ ਕੁਝ ਗਲਤ ਇਨਫੋਰਮੇਸ਼ਨ ਦੇ ਦੂਗਾ। ਸੋ ਇਨਫੋਰਮੇਸ਼ਨ ਅਸੀਂ ਲੈਣੀ ਆ। ਹੁਣ ਬਹੁਤੇ ਬੰਦਿਆਂ ਨੂੰ ਜੇ ਅਸੀਂ ਇਹ ਕਹਿ ਦਿੰਦੇ ਨਾ ਕਿ ਵੀ ਅਸੀਂ RCIC ਮੈਂਬਰ ਆ, ਜਾਂ ਅਸੀਂ ਹੁਣ ਪਹਿਲਾਂ ICCRC ਹੁੰਦਾ ਸੀ, ਹੁਣ CICC ਹੋ ਗਿਆ ਹਨਾ, ਤਾਂ ਵੀ ਅਸੀਂ ਉਹਦੇ ਮੈਂਬਰ ਆ, ਤਾਂ ਉਹੀ ਨਹੀਂ ਪਤਾ ਉਹਨਾਂ ਨੂੰ ਕਿ ਉਹ ਹੁੰਦਾ ਕੀ ਹੈ, ਰਾਈਟ। ਤਾਂ ਲੀਗਲੀ ਕੀ ਆ ਕਿ ਇਨ ਸ਼ਾਰਟ ਕੈਨੇਡਾ ਗਵਰਨਮੈਂਟ ਕਹਿੰਦੀ ਹੈ ਕਿ ਜੀ ਜੇ ਤੁਸੀਂ ਜਾਂ ਤਾਂ ਤੁਸੀਂ ਆਪ ਕਰੋ, ਸਾਰੀ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੇ ਪਈ ਆ, ਸਾਰੇ ਮੈਨੂਅਲ ਪਏ ਨੇ, ਸਾਰੀ ਰਿਕੁਆਇਰਮੈਂਟ ਪਈ ਆ, ਜਾਂ ਤਾਂ ਤੁਸੀਂ ਆਪ ਕਰ ਲਓ, ਆਪਣਾ GCP ਬਣਾਓ, ਤੁਸੀਂ ਰਿਸਪੌਂਸੀਬਲ ਹੋ, ਤੁਸੀਂ ਸਰ ਜੋ ਇਨਫੋਰਮੇਸ਼ਨ ਦਿੱਤੀ ਤੁਸੀਂ ਦਿੱਤੀ, ਉਹਨੂੰ ਚੇਂਜ ਨਹੀਂ ਹੋਣਾ, ਰਾਈਟ। ਜਾਂ ਉਹ ਕਹਿੰਦੇ ਕਿ ਜੀ ਸਾਡੇ ਵੱਲੋਂ ਜਿਹੜੇ ਆਥੋਰਾਈਜ਼ਡ APRs ਨੇ, ਜਿਹੜੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨੇ, ਜਾਂ RCIC ਮੈਂਬਰ ਨੇ, ਜਾਂ ਕੈਨੇਡੀਅਨ ਲਾਰਡਸ ਨੇ, ਲਾਅ ਸੁਸਾਇਟੀ ਦੇ ਮੈਂਬਰ ਨੇ, ਜਿਹੜੇ ਲੀਗਲੀ ਤੁਹਾਨੂੰ ਰਿਪਰੈਜ਼ੈਂਟ ਕਰ ਸਕਦੇ ਆ, ਜਾਂ ਫਿਰ ਤੁਸੀਂ ਉਹਨਾਂ ਕੋਲੇ ਜਾਓ। ਤਾਂ ਹੁਣ ਸਾਡੇ ਤਾਂ ਪਹਿਲਾਂ ਇਹੀ ਬੇਸਿਕ ਡਿਫਰੈਂਸ ਨਹੀਂ ਪਤਾ। ਹੁਣ ਸਪੋਜ਼ ਇੱਥੇ ਇੱਕ ਤੁਹਾਡੀ ਕੋਈ ਵੀ ਕਿਸੇ ਵੀ ABC ਕੇਸ ਦੀ ਰਿਫਿਊਜ਼ਲ ਆ ਗਈ, ਹੁਣ ਏਜੰਟ ਤੁਹਾਨੂੰ ਡਾਕੂਮੈਂਟ ਹੀ ਨਹੀਂ ਵਾਪਸ ਕਰਦਾ, ਬਿਲਕੁਲ ਰਾਈਟ। ਜੇ ਤੁਸੀਂ ਕਿਸੇ ਲੈਵਲ ਤੇ ਜਾ ਕੇ ਤੁਹਾਨੂੰ ਕਿਸੇ ਨੇ ਗਾਈਡ ਕਰਤਾ, ਬਾਅਦ ਦੇ ਵਿੱਚ ਕਰ ਵੀ ਦਿੱਤਾ ਕਿ ਜੀ ਤੁਸੀਂ ਵਾਪਸ ਲੈ ਸਕਦੇ ਹੋ, ਜਾਂ ਤੁਸੀਂ ਐਦਾਂ ਹੋ ਸਕਦਾ ਡਾਕੂਮੈਂਟ ਨਹੀਂ ਰੱਖ ਸਕਦਾ, ਤਾਂ ਤੁਸੀਂ ਜਦੋਂ ਤੱਕ CIC ਕੋਲੇ ਪਹੁੰਚਦੇ ਹੋ ਹਨਾ, ਤਾਂ ਉਹ ਤੁਹਾਨੂੰ ਪੁੱਛਦਾ ਕਿ ਜੀ ਤੁਸੀਂ ਫਾਈਲ ਆਪ ਲਾਈ ਸੀ ਕਿ ਤੁਹਾਡੇ ਕੋਲੇ ਰਿਪਰੈਜ਼ੈਂਟੇਟਿਵ ਸੀਗਾ, ਤਾਂ ਹੁਣ ਉਹਦੇ ਕੋਲੇ ਆਨਸਰ ਹੁੰਦਾ ਕਿ ਜੀ ਮੇਰੇ ਕੋਲ ਤਾਂ ਮੈਂ ਤਾਂ ਜੀ ਰਿਪਰੈਜ਼ੈਂਟੇਟਿਵ ਸੀਗਾ, ਜੀ ਬਿਲਕੁਲ, ਬਟ ਫਾਈਲ ਦੇ ਵਿੱਚ ਲਿਖਿਆ ਹੁੰਦਾ ਕਿ ਆਪ ਲਗਾਈ ਹੈ, ਬਟ ਫਾਈਲ ਕਿਉਂਕਿ ਉਹ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੁੰਦਾ ਹੀ ਨਹੀਂ ਨਾ, ਤੇ ਜਾਂ ਫਾਈਲ ਦੇ ਵਿੱਚ ਲਿਖਿਆ ਕਿ ਆਪ ਲਾਈ ਹੋਈ ਆ, ਤਾਂ ਹੁਣ ਬਾਅਦ 'ਚ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਕਿ ਜੇ ਨਹੀਂ ਫਾਈਲ ਤਾਂ ਤੁਸੀਂ ਲਾਈ ਆ, ਤੁਸੀਂ ਜੋ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਤੁਸੀਂ ਹੀ ਰਿਸਪੌਂਸੀਬਲ ਹੋ ਇਹਦੇ ਵਿੱਚ, ਤਾਂ ਇਹਦੇ ਵਿੱਚ ਕਿਸੇ ਕੋਈ ਏਜੰਟ ਹੈ ਹੀ ਨਹੀਂ, ਲੀਗਲੀ ਤਾਂ ਕੋਈ ਏਜੰਟ ਹੀ ਨਹੀਂ ਹੈਗਾ। ਹੁਣ ਜੇ ਸੇਮ ਫਾਈਲ ਸਪੋਜ਼ ਰਿਜੈਕਸ਼ਨ ਆਈ ਆ, ਕਿਉਂਕਿ ਕੁਐਸਚਨਿੰਗ ਤਾਂ ਸਾਡੀ ਰਿਜੈਕਸ਼ਨ ਤੇ ਹੁੰਦੀ ਹੈ ਨਾ, ਜਾਂ ਫਿਰ ਜਦੋਂ ਰਿਜੈਕਸ਼ਨ ਆਉਂਦੀ ਉਦੋਂ ਕਰਦੇ ਨਾ ਅਸੀਂ ਕੁਐਸਚਨਿੰਗ ਦਾ। ਤਾਂ ਹੁਣ ਜੇ ਕੁਐਸਚਨਿੰਗ ਹੈਗੀ ਵੀ ਸੀ, ਰਿਜੈਕਸ਼ਨ ਆ ਗਈ, ਮੰਨ ਲਓ ਉਹ ਆਥੋਰਾਈਜ਼ਡ ਪੋਰਟਲ ਤੋਂ ਲੱਗੀ ਸੀਗੀ ਫਾਈਲ ਹਨਾ, ਤਾਂ ਪਹਿਲੀ ਗੱਲ ਉਹ ਬੰਦਾ ਲੀਗਲੀ ਪੁੱਛ ਸਕਦਾ ਆਪਣੇ ਏਜੰਟ ਨੂੰ, ਜੇ ਉਹ ਨਹੀਂ ਦਿੰਦਾ, ਵੈਸੇ ਇਦਾਂ ਹੁੰਦਾ ਨਹੀਂ, ਬਹੁਤ ਰੇਅਰ ਹੋਊਗਾ ਕਿ ਕੋਈ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਵੀ ਕਹਿ ਦਊਗਾ ਕਿ ਨਹੀਂ ਮੈਂ ਨਹੀਂ ਦੇਣਾ, ਤਾਂ ਲੀਗਲ ਉਹਦੇ ਕੋਲੇ ਵੇ ਆ ਕਿ ਜੀ ਉਹ ਕਹਿ ਸਕਦਾ ਕਿ ਜੀ ਆਹ ਮੇਰਾ ਰਿਪਰੈਜ਼ੈਂਟੇਟਿਵ ਸੀਗਾ ਤੇ ਆਹ ਮੇਰੇ ਡਾਕੂਮੈਂਟ ਸੀ, ਤਾਂ ਫਿਰ ਉਹ ਆਪਣੇ ਲੈਵਲ ਤੇ ਕੁਝ ਕਰ ਸਕਦੇ ਕਿ ਤੁਹਾਨੂੰ ਜੋ ਇਨਫੋਰਮੇਸ਼ਨ ਚਾਹੀਦਾ ਉਹ ਤੁਹਾਨੂੰ ਡਾਇਰੈਕਟ ਦੇ ਦਿੰਦੇ ਨੇ, ਰਾਈਟ। ਅਦਰਵਾਈਜ਼ ਕੀ ਹੁੰਦਾ ਕਿ ਇੱਥੇ ਤਾਂ ਹੁਣ ਕਲਾਇੰਟ ਨੇ ਜੋ ਬਣਾਇਆ ਉਹਨੇ ਤਾਂ ਪੈਸੇ ਪੇ ਕੀਤੇ, ਉਹਨੇ ਏਜੰਟ ਨੂੰ ਪੈਸੇ ਪੇ ਕੀਤੇ, ਤਾਂ ਹੁਣ ਹੁਣ ਜਿਹੜਾ ਸਾਰਾ ਡਿਫਰੈਂਸ ਆ ਨਾ, ਸਾਰਾ ਟਰਮੀਨੋਲੋਜੀ ਤੇ ਆ। ਹੁਣ ਏਜੰਟ ਵਰਡ ਦਾ ਕੈਨੇਡਾ 'ਚ ਮਤਲਬ ਰਿਪਰੈਜ਼ੈਂਟੇਟਿਵ ਨਹੀਂ ਆ। ਅੱਛਾ, ਪੰਜਾਬ 'ਚ ਏਜੰਟ ਵਰਡ ਉਹ ਪਰਸਨ ਆ ਜਿਹੜਾ ਉਹਨਾਂ ਨੂੰ ਕੈਨੇਡਾ ਲੈ ਕੇ ਜਾਂਦਾ। ਸਾਡੇ ਲਈ ਜੇ ਮੰਨ ਲਓ ਸਪੋਜ਼ ਮੈਂ ਇੱਕ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹਾਂ, ਤੇ ਮੇਰੇ ਲਈ ਏਜੰਟ ਬੰਦਾ ਉਹ ਹੈ ਜਿਹੜਾ ਮੇਰੇ ਬਿਹਾਫ ਤੇ ਕੋਈ ਇਨਫੋਰਮੇਸ਼ਨ ਦੇ ਰਿਹਾ, ਤਾਂ ਮੈਂ ਤੁਹਾਨੂੰ ਅਪਾਇੰਟ ਕੀਤਾ ਐਜ਼ ਏ ਏਜੰਟ ਲੀਗਲੀ। ਗਵਰਨਮੈਂਟ ਆਫ ਕੈਨੇਡਾ ਨੂੰ ਮੈਂ ਦੱਸਿਆ ਕਿ ਜੀ ਸਨਮ ਨਾਮ ਦਾ ਬੰਦਾ ਮੇਰਾ ਏਜੰਟ ਆ, ਉਹਦੇ ਨੂੰ ਮੈਂ ਅਥਾਰਟੀ ਦਿੱਤੀ ਹੈ ਕਿ ਉਹ ਮੇਰੇ ਬਿਹਾਫ ਤੇ ਗੱਲ ਕਰੇ, ਸਲਾਹ ਨਾ ਦੇਵੇ, ਗੱਲ ਕਰੇ, ਡਾਕੂਮੈਂਟ ਕਲੈਕਟ ਕਰੂ, ਕੋਰਸਪੋਂਡੈਂਸ ਰੱਖੂਗਾ, ਠੀਕ ਹੈ ਜੀ। ਤਾਂ ਉਹ ਏਜੰਟ ਆ, ਠੀਕ ਹੈ। ਤਾਂ ਕੈਨੇਡਾ ਦੀ ਟਰਮੀਨੋਲੋਜੀ 'ਚ ਏਜੰਟ ਕੋਈ ਸ਼ਬਦ ਨਹੀਂ ਹੈ, ਸਿਰਫ ਰਿਪਰੈਜ਼ੈਂਟੇਟਿਵ ਹੈ। ਪੰਜਾਬ ਦੇ ਵਿੱਚ ਗਗਨ ਜੀ ਬਹੁਤ ਚੱਲਦਾ ਹੈ ਕਿ 3 ਲੱਖ ਦੇ ਵਿੱਚ ਕੈਨੇਡਾ ਜਾਓ, 4 ਲੱਖ 'ਚ ਕੈਨੇਡਾ ਜਾਓ, GIC ਤੁਹਾਨੂੰ ਭਰਨ ਦੀ ਲੋੜ ਨਹੀਂ ਹੈਗੀ। ਵੀ ਕੈਨੇਡਾ ਦੀ ਵੈਬਸਾਈਟ ਤੇ ਕਿਤੇ ਨਹੀਂ ਲਿਖਿਆ ਵੀ ਤੁਸੀਂ GIC ਭਰ ਕੇ ਤੁਸੀਂ ਕੈਨੇਡਾ ਜਾਓ, ਤੁਸੀਂ ਵਿਦਆਊਟ GIC ਵੀ ਜਾ ਸਕਦੇ ਹੋ। ਅਸਲ ਸੱਚਾਈ ਕੀ ਹੈ? ਤੁਸੀਂ ਕੈਨੇਡਾ ਦੇ ਵਿੱਚ ਹੀ ਰਹਿੰਦੇ ਹੋ, ਤੁਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੋ, ਅਸਲ ਸੱਚਾਈ ਕੀ ਹੈ ਵੀ ਕੈਨੇਡਾ ਦੀ ਵੈਬਸਾਈਟ ਤੇ ਵਾਕਈ ਨਹੀਂ ਲਿਖਿਆ ਕਿ GIC ਭਰ ਕੇ ਤੁਸੀਂ ਜਾਓ? ਨਹੀਂ, ਉੱਥੇ ਤੁਹਾਨੂੰ ਸਾਰੀਆਂ ਆਪਸ਼ਨ ਦਿੱਤੀਆਂ ਹੋਈਆਂ ਨੇ। ਦੋ ਹੀ ਆਪਸ਼ਨ ਹਨ, ਇਧਰ SDS ਔਰ ਨਾਨ SDS ਪ੍ਰੋਗਰਾਮ। ਉਹਨਾਂ ਨੇ ਦਿੱਤਾ ਕਿ SDS ਪ੍ਰੋਗਰਾਮ 'ਚ ਆ ਜਾਓ, ਨਾਨ SDS ਪ੍ਰੋਗਰਾਮ ਦੇ ਉਹਨਾਂ ਨੇ ਇੱਕ ਜਨਰਲ ਚੀਜ਼ਾਂ ਦਿੱਤੀਆਂ, ਕਾਲਜ ਦੀ ਫੀਸ ਭਰੀ ਹੋਵੇ, ਤੁਹਾਡੇ ਇੱਥੇ ਰਹਿਣ ਦੇ ਖਰਚੇ ਲਈ GIC ਹੋਣੀ ਚਾਹੀਦੀ ਹੈ, ਇੱਕ ਜਨਰਲ ਵੀ ਦਿੱਤਾ ਹੋਇਆ ਕਿ ਜੀ ਆਹ ਉਹਦੀ ਲੀਗਲ ਫੀਸ ਹੈ ਤੇ ਇੱਦਾਂ ਤੁਸੀਂ ਪੇ ਕਰ ਸਕਦੇ ਹੋ, ਕਿਉਂਕਿ ਉਹ ਇਹ ਸਮਝਦੇ ਨੇ ਕਿ ਬੰਦਾ ਆਪ ਵੀ ਫਾਈਲ ਲਗਾ ਸਕਦਾ ਹੈ ਨਾ, ਤੇ ਜਾਂ ਫਿਰ APR ਉਹਨਾਂ ਦਾ ਲਾਊਗਾ ਫਾਈਲ। ਤਾਂ ਹੁਣ ਉਹਦੇ 'ਚ ਕੀ ਹੈ ਕਿ ਜੀ ਜਿਹੜੇ ਮਸਲਾ ਆ ਗਿਆ ਕਿ ਹੁਣ ਪ੍ਰਾਈਵੇਟ ਕਾਲਜ ਔਰ ਨਾਨ SDS ਕਾਲਜ ਜਾਂ ਜਿਹੜੇ 3 ਲੱਖ ਦੇ ਵਿੱਚ ਕੈਨੇਡਾ ਜਾਓ, ਤਾਂ ਫਿਜ਼ੀਬਲੀ ਪੋਸੀਬਲ ਨਹੀਂ ਹੈਗਾ ਇਹ, ਹੈ ਨਾ। ਕਿ ਕੋਈ ਕਾਲਜ 3 ਲੱਖ ਦਾ ਮਤਲਬ ਹੈ ਆਲਮੋਸਟ $5,000 to $6,000 ਹੈ ਨਾ, ਤਾਂ ਇੰਨੀ ਫੀਸ ਤਾਂ ਉੱਥੇ ਪ੍ਰਾਈਵੇਟ ਕਾਲਜ ਦੀ ਵੀ ਨਹੀਂ ਹੈਗੀ। ਜਿਹੜਾ ਇੱਕ ਕਹਿ ਲਓ ਕਿ DLI ਬੇਸਡ ਕਾਲਜ, DLI ਜਿਹਦੇ ਕੋਲ ਨੰਬਰ ਹੈਗਾ ਨਾ, ਤਾਂ ਉਹਦੀ ਇੰਨੀ ਫੀਸ ਹੋ ਹੀ ਨਹੀਂ ਸਕਦੀ, ਬਿਲਕੁਲ ਰਾਈਟ।
ਸੋ ਹੁਣ ਇਸ ਚੀਜ਼ ਨੂੰ ਨਹੀਂ ਆਪਾਂ ਡਿਸਕਸ ਕਰ ਸਕਦੇ ਕਿ ਉਹ ਬੈਕ ਐਂਡ ਤੇ ਕੀ ਹੁੰਦਾ, ਬਟ ਜੈਨੂਅਲੀ ਪੋਸੀਬਲ ਨਹੀਂ ਹੈਗਾ 3 ਲੱਖ ਦੇ ਵਿੱਚ 3 ਲੱਖ ਦੇ ਵਿੱਚ ਪੋਸੀਬਲ ਨਹੀਂ ਹੈਗਾ। ਹਾਂ, ਜੇ ਕੋਈ ਬੰਦਾ ਆਪਣੇ ਲੈਵਲ ਤੇ ਅਰੇਂਜਮੈਂਟਸ ਕਰਕੇ ਕਰਦਾ, ਦੈਟਸ ਅ ਡਿਫਰੈਂਟ ਸਟੋਰੀ, ਹੈਨਾ। ਤਾਂ ਉਹ ਇੱਕ ਮਤਲਬ ਜੈਨੂਅਲੀ ਬੰਦਾ 3 ਲੱਖ ਦੇ ਵਿੱਚ ਨਹੀਂ ਜਾ ਸਕਦਾ, ਨਹੀਂ ਹੋ ਸਕਦਾ ਸਰ। 2.5 ਲੱਖ ਦੀ ਟਿਕਟ ਪੈਂਦੀ ਹੈ ਹੁਣ, ਹੈਨਾ। 3 ਲੱਖ ਚ ਕਿਵੇਂ ਚੱਲ ਜਾਊਗਾ? ਕਿੱਦਾਂ ਕਰੋਗੇ? 10,000 ਦੀ GIC ਆ ਤਾਂ ਸਪੋਜ਼ ਹੁਣ ਉਹਨੂੰ ਛੱਡ ਦਿਓ, 10,000 ਦੀ GIC ਉਹਨਾਂ ਨੇ ਕੀ ਸੋਚ ਕੇ ਡਿਸਾਈਡ ਕੀਤੀ ਆ? 10,000 ਹੀ ਕਿਉਂ ਹੋਣੀ ਚਾਹੀਦੀ GIC? ਦੈਟ ਮੀਨਸ ਕਿ ਪਹਿਲੇ 6 ਮਹੀਨੇ ਬੰਦੇ ਕੋਲੇ ਆਪਣਾ ਖਰਚਾ ਹੋਣਾ ਚਾਹੀਦਾ। ਪਹਿਲੇ 5-6 ਮਹੀਨੇ ਦਾ ਮਤਲਬ ਹੈ ਕਿ ਐਵਰੇਜ 1000 ਤੋਂ 1500 ਉਹਨੂੰ ਮਿਲਣਾ, ਕਿ ਉਹਨਾਂ ਨੂੰ ਪਤਾ ਕਿ ਇੱਥੇ ਇੰਨਾ ਕੁ ਬੇਸਿਕ ਖਰਚਾ ਉਹਦਾ ਹੋਣਾ। ਤਾਂ ਉਹਦੇ ਲਈ ਉਹਨਾਂ ਨੇ ਫਿਰ ਕੈਨੇਡਾ ਗਵਰਨਮੈਂਟ ਤਾਂ ਬੱਚਿਆਂ ਨੂੰ ਪੜ੍ਹਾਈ ਵਾਸਤੇ ਬੁਲਾ ਰਹੀ ਹੈ ਨਾ, ਪੜ੍ਹਾਈ ਵਾਸਤੇ ਬੁਲਾ ਰਹੀ ਹੈ, ਪਰ ਆਪਣੇ ਇੱਥੇ ਮੋਟਿਵ ਹੋਰ ਹੈ ਕਿ ਉੱਥੇ ਜਾ ਕੇ ਕੰਮ ਕਰਨਾ। ਹੁਣ ਮੋਟਿਵ ਦਾ ਤਾਂ ਡਿਫਰੈਂਸ ਹੈ ਨਾ। ਤਾਂ ਉਹਨਾਂ ਲਈ ਤਾਂ ਹੁਣ ਜਿਹੜੇ ਰਿਜੈਕਸ਼ਨ ਆਉਂਦੀ ਹੈ ਜਦੋਂ, ਤਾਂ ਉਹਦੇ ਵਿੱਚ ਫਿਰ ਇਹੀ ਦੇਖਿਆ ਜਾਂਦਾ ਨਾ ਕਿ ਜਦੋਂ ਉੱਥੇ ਲਿਖਿਆ ਹੁੰਦਾ ਕਿ ਜਿਵੇਂ ਯੂ ਆਰ ਨਾਟ ਅ ਜੈਨੂਅਨ ਸਟੂਡੈਂਟ ਜਾਂ ਤੁਸੀਂ ਵਾਪਸ ਨਹੀਂ ਜਾਓਗੇ, ਤਾਂ ਉਹਦੇ ਪਿਛਲੇ ਰੀਜ਼ਨ ਇਹੀ ਨੇ ਕਿ ਤੁਹਾਡੀ ਫਾਈਲ ਜਾਂ ਤੁਹਾਡਾ ਜਿਹੜਾ ਰਿਪਰੈਜ਼ੈਂਟੇਟਿਵ ਆ ਜਾਂ ਜਿੱਦਾਂ ਤੁਸੀਂ ਫਾਈਲ ਰਿਪਰੈਜ਼ੈਂਟ ਕੀਤੀ ਹੈ, ਤਾਂ ਉਹ ਤੋਂ ਅਸੀਂ ਉਹਨਾਂ ਨੂੰ ਇਹੀ ਦੱਸਣਾ ਹੁੰਦਾ ਕਿ ਜੀ ਮੈਂ ਇੱਕ ਜੈਨੂਅਨ ਸਟੂਡੈਂਟ ਆ, ਮੈਂ ਇੱਥੇ ਆ ਕੇ 1 ਸਾਲ 2 ਸਾਲ 3 ਸਾਲ 4 ਸਾਲ ਪੜ੍ਹੂੰਗਾ, ਦੈਨ ਮੈਂ ਆਪਣੀ ਜੋ ਵੀ ਫਰਦਰ ਮੇਰੇ ਪਲਾਨਸ ਨੇ ਉਹ ਵਾਪਸ ਚਲੇ ਜਾਣੇ, ਮੈਂ ਵਾਪਸ ਚਲਾ ਜਾਊਂਗਾ। ਹਾਲਾਂਕਿ ਇਹ ਚੀਜ਼ ਉਹਨਾਂ ਨੂੰ ਵੀ ਪਤਾ ਕਿ ਵਾਪਸ ਨਹੀਂ ਜਾਣਾ, ਅਦਰ ਆਪਸ਼ਨਸ ਜਿਹੜੀਆਂ ਹੈਗੀਆਂ ਨੇ ਫਰਦਰ ਉਹਨੇ ਲੈ ਲੈਣੀਆਂ ਨੇ, ਤੇ ਉਹਦੇ ਲਈ ਉਹ ਮਨਾ ਨਹੀਂ ਕਰਦੇ। ਬਟ ਇੱਕ ਵਾਰੀ ਪਰਪਸ, ਹੁਣ ਹਰ ਇੱਕ ਕੇਸ ਲਈ, ਚਾਹੇ ਉਹ ਸਟੱਡੀ ਪਰਮਿਟ ਆ, ਚਾਹੇ ਉਹ ਵਰਕ ਪਰਮਿਟ ਆ, ਚਾਹੇ ਤੁਹਾਡਾ ਉਹ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਪ੍ਰੋਗਰਾਮ ਆ, ਚਾਹੇ ਐਕਸਪ੍ਰੈਸ ਐਂਟਰੀ, ਚਾਹੇ PNP, ਤਾਂ ਉਹਦੇ ਵਿੱਚ ਪਰਪਸ ਤਾਂ ਇੱਕ ਦਿਖਦਾ ਨਾ ਕਿ ਕੀ ਹੈਗਾ। ਜਾਂ ਤਾਂ ਉਹ ਪ੍ਰੋਗਰਾਮ ਸਪੈਸੀਫਿਕ ਹੁੰਦਾ, ਸਟੱਡੀ ਪਰਮਿਟ ਇੱਕ ਪ੍ਰੋਗਰਾਮ ਆ, ਹਨਾ, ਕਿ ਉਹਦੇ ਵਿੱਚ ਉਹ ਇੰਟਰਨੈਸ਼ਨਲ ਸਟੂਡੈਂਟ ਨੂੰ ਅਲਾਉ ਕਰਦੇ ਨੇ ਕਿ ਜੀ ਆਹ ਸਾਡੀ ਇੰਗਲਿਸ਼ ਰਿਕੁਆਇਰਮੈਂਟ ਆ, ਆਹ ਤੁਹਾਡੀਆਂ ਕਾਲਜ, ਤੁਹਾਡੇ ਕੋਲੇ ਇੰਗਲਿਸ਼ ਹੋਣੀ ਚਾਹੀਦੀ ਆ, ਤੁਹਾਡੇ ਕੋਲੇ ਕਾਲਜ ਹੋਣਾ ਚਾਹੀਦਾ, ਫੀਸ GIC 4 ਸਟੈਪ ਨੇ, ਸਾਡੀ ਫੀਸ ਭਰੋ, ਉਸ ਤੋਂ ਬਾਅਦ ਸਾਡਾ ਆਫਿਸਰ ਡਿਸਾਈਡ ਕਰੂਗਾ ਕਿ ਕੀ ਹੋਣਾ ਕੀ ਨਹੀਂ ਹੋਣਾ। ਸੋ ਫਿਰ ਆ ਗਈ ਗੱਲ ਕਿ ਪ੍ਰਾਈਵੇਟ ਕਾਲਜ, ਹੁਣ ਪ੍ਰਾਈਵੇਟ ਕਾਲਜ 'ਚ ਬੱਚਾ ਚਲਾ ਜਾਂਦਾ, ਸਪੋਜ਼ ਕਿ ਚਲਾ ਵੀ ਗਿਆ, ਤਾਂ ਫਿਰ ਉਹਨੂੰ ਉੱਥੇ ਜਾ ਕੇ, ਕਿਉਂਕਿ ਟੈਕਨੀਕਲੀ ਤਾਂ ਹੁਣ ਆਪਣੇ ਅਕੋਰਡਿੰਗ ਤਾਂ ਉਹ ਪੜ੍ਹਨ ਗਿਆ, ਬਟ ਉੱਥੇ ਉਹਨੂੰ ਪਤਾ ਕਿ ਉਹ ਪੜ੍ਹਨ ਨਹੀਂ ਗਿਆ, ਉਹ ਸੈਟਲ ਹੋਣ ਜਾਣਾ ਸਾਡੇ ਨੇਚਰ ਦੇ ਅਕੋਰਡਿੰਗ, ਤਾਂ ਉਹ ਸੈਟਲ ਹੋਣ ਗਿਆ। ਤਾਂ ਹੁਣ ਸੈਟਲ ਹੋਣ ਲਈ ਕੀ ਹੈ ਕਿ ਦੈਟ ਮੀਨਸ ਪ੍ਰਾਈਵੇਟ ਕਾਲਜ ਮਤਲਬ ਸਟੱਡੀ ਖਤਮ, ਉਹਨੂੰ ਕੋਈ ਵਰਕ ਪਰਮਿਟ ਮਿਲਣਾ ਹੀ ਨਹੀਂ, ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ। ਜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ, ਫਿਰ ਉਹ ਜਾਣ ਦਾ ਫਾਇਦਾ ਹੀ ਕੀ? ਫਿਰ ਉੱਥੇ ਮਤਲਬ ਫਿਰ ਤਾਂ ਮਤਲਬ ਉਹ ਸਟੱਡੀ ਕਰ ਨਹੀਂ ਜਾ ਰਿਹਾ ਨਾ। ਤਾਂ ਫਿਰ ਹੁਣ ਉਹਦਾ ਕੀ ਹੈ ਕਿ ਨੈਕਸਟ ਲੈਵਲ ਤੇ ਜੇ ਉਹਨੇ ਕਰਨਾ, ਤਾਂ ਉਹ ਇੱਕ ਜਿਹੜੀ ਹੈਗੀ ਓਪਨ ਵਰਕ ਪਰਮਿਟ ਨਹੀਂ ਅਪਲਾਈ ਕਰ ਸਕਦਾ, ਬਟ ਹਾਂ ਉਹ ਕਲੋਜ਼ਡ ਕਿਸੇ ਕੰਪਨੀ ਉਹਨੂੰ ਕੋਈ ਜੌਬ ਆਫਰ ਕਰਦੀ ਆ, ਤਾਂ ਉਹ LMIA ਬੇਸਡ ਜਾਂ ਉਹਨੂੰ ਕਹਿ ਲਓ ਜਾਂ ਕਲੋਜ਼ਡ ਵਰਕ ਪਰਮਿਟ ਹੋਊਗਾ, ਓਪਨ ਵਰਕ ਪਰਮਿਟ ਨਹੀਂ ਹੋਊਗਾ। ਉਹ ਯੂਜ਼ਲੀ 2 ਸਾਲ ਦਾ ਹੁੰਦਾ। ਫਰਦਰ ਜੇ ਕੋਈ ਉਹ ਐਲੀਜੀਬਲ ਹੁੰਦਾ ਹੋਇਆ ਕਿਸੇ ਪ੍ਰੋਗਰਾਮ 'ਚ, ਤਾਂ ਉਹ ਅੱਗੇ PR ਫਾਈਲ ਕਰੂਗਾ, ਅਦਰਵਾਈਜ਼ ਨਹੀਂ ਫਿਰ ਉਹ ਇਦਾਂ ਹੀ ਐਕਸਟੈਂਡ ਹੁੰਦੇ ਜਾਣਾ ਅੰਟਿਲ ਉਹਨੂੰ PR ਨਹੀਂ ਮਿਲਦੀ, PNP ਨਹੀਂ ਮਿਲਦੀ ਜਦੋਂ, ਤਾਂ ਉਹਦਾ ਕਾਸਟ ਵੱਧ ਜਾਣੀ ਹੈ। ਜਿੰਨੀ ਤੁਸੀਂ ਇੱਥੋਂ ਕਾਸਟ ਸਿਰਫ ਇੱਕ ਆਇਲਸ ਕਰਕੇ, ਹਨਾ, ਕਿ ਜਿੰਨੀ ਇੱਥੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਓਨੀ ਤੁਹਾਨੂੰ ਉਹ ਕਾਸਟ ਸਿਰਫ ਇੱਕ ਸਟੈਪ ਕਰਕੇ ਮਿਲਦੀ, ਕਿਉਂਕਿ ਸਾਰੀ ਚੀਜ਼ ਹੀ ਤੁਹਾਡੀ ਇੱਥੇ ਥਿੰਕਿੰਗ ਹੀ ਸਾਰੀ ਆਇਲਸ ਤੋਂ ਸ਼ੁਰੂ ਹੁੰਦੀ ਹੈ। ਬਿਲਕੁਲ ਤੇ ਕਿ ਆਇਲਸ ਕਰਨੀ ਕਿ ਨਹੀਂ ਕਰਨੀ, ਹੋਣੀ ਕਿ ਨਹੀਂ ਹੋਣੀ। ਤਾਂ ਨਹੀਂ ਹੋਣੀ ਅਸੀਂ ਪਹਿਲਾਂ ਹੀ ਸੋਚ ਕੇ ਬੈਠੇ ਹਾਂ ਕਿ ਸਾਡੇ ਤੋਂ ਨਹੀਂ ਹੋਣੀ, ਸਾਡੇ ਤੋਂ ਨਹੀਂ ਹੋਣੀ ਤੋਂ ਹੀ ਨਵਾਂ ਚੀਜ਼ ਸ਼ੁਰੂ ਹੋ ਗਈ ਕਿ ਜੀ ਫਿਰ ਕੁੜੀ ਲੱਭ ਲਓ, ਕਿਉਂਕਿ ਮੁੰਡਾ ਕਹਿੰਦਾ ਕਿ ਜੀ ਮੈਥੋਂ ਆਇਲਸ ਨਹੀਂ ਹੋਣੀ, ਫਿਰ ਉਹ ਕੁੜੀ ਵਾਲਾ ਹੋਇਆ ਸਾਰੇ ਸਿਸਟਮ, ਹਨਾ। ਫਿਰ ਉਹਦੇ 'ਚ ਲੂਪ ਹੋਲਸ ਹੋ ਗਏ, ਫਿਰ ਉਹਦੇ 'ਚ ਸਕੈਮ ਹੋਣ ਲੱਗ ਗਿਆ, ਫਿਰ ਉਹ ਚੀਜ਼ ਅਸੀਂ ਪੂਰੀ ਹਾਈਲਾਈਟ ਕਰ ਲਈ, ਹਨਾ। ਪੰਜਾਬ ਦੇ ਵਿੱਚ ਏਜੰਟਾਂ ਦੇ ਕੋਲ ਇੱਕੋ ਹੀ ਆਪਸ਼ਨ ਕਿਉਂ ਹੈ ਕੈਨੇਡਾ ਦੇ? ਜੇ ਤੁਸੀਂ ਕੈਨੇਡਾ ਜਾਣਾ ਤਾਂ ਤੁਸੀਂ ਸਟੱਡੀ ਵੀਜ਼ੇ ਤੇ ਜਾਓ, ਹੋਰ ਕੀ ਆਪਸ਼ਨ, ਤੇ ਆਪਣੇ ਪੰਜਾਬ ਦੇ ਜਿਹੜੇ ਏਜੰਟ ਨੇ ਉਹ ਪ੍ਰਮੋਟ ਕਿਉਂ ਨਹੀਂ ਕਰਦੇ ਉਹ ਚੀਜ਼ਾਂ ਨੂੰ? ਫਿਰ ਸੋ ਮੇਰੇ ਅਕੋਰਡਿੰਗ ਟੈਕਨੀਕਲੀ ਬਹੁਤੇ ਜ਼ਿਆਦਾ ਏਜੰਟ, ਹਨਾ, ਜਾਂ ਪੈਸੇ ਸਟੱਡੀ ਵੀਜ਼ਾ 'ਚ ਉਹਨਾਂ ਨੂੰ ਜ਼ਿਆਦਾ ਬਣਦੇ ਨੇ, ਨਹੀਂ ਆਪਾਂ ਇਹ ਵੀ ਕਹਿ ਸਕਦੇ। ਤਾਂ ਦੈਟ ਮੀਨਸ ਕਿ ਉਹ ਕਾਲਜਸ ਨੂੰ ਜ਼ਿਆਦਾ ਰਿਪਰੈਜ਼ੈਂਟ ਕਰਦੇ ਆ। ਮੈਂ ਇਹੀ ਕਹਿ ਸਕਦਾ ਕਿ ਕਾਲਜ ਰਿਪਰੈਜ਼ੈਂਟੇਸ਼ਨ ਆ ਉਹਨਾਂ ਕੋਲੇ, ਉਹ ਏਜੰਟ ਕਾਲਜ ਦੇ ਨੇ। ਤਾਂ ਦੈਟ ਮੀਨਸ ਫਿਰ ਜਿਹੜਾ ਪ੍ਰੋਡਕਟ ਤੁਹਾਡੇ ਕੋਲੇ ਤੁਸੀਂ ਉਹੀ ਵੇਚੋਗੇ, ਜਾਂ ਫਿਰ ਜਿਹੜਾ ਪ੍ਰੋਡਕਟ ਤੁਸੀਂ ਕਰ ਸਕਦੇ ਹੋ ਤੁਸੀਂ ਉਹੀ ਕਰੋਗੇ। ਤਾਂ ਅਦਰਵਾਈਜ਼ ਪ੍ਰੋਗਰਾਮ ਤਾਂ 50+ ਪ੍ਰੋਗਰਾਮ ਨੇ ਕੈਨੇਡਾ 'ਚ ਇਮੀਗ੍ਰੇਟ ਹੋਣ ਦੇ, ਤਾਂ ਉਹਨਾਂ ਕੋਲ ਡਿਫਰੈਂਟ ਆ, ਤਾਂ ਹਰ ਇੱਕ ਚੀਜ਼ ਐਲੀਜੀਬਿਲਟੀ ਤੇ ਟਿਕੀ ਆ। ਹੁਣ ਕੱਲਾ ਸਟੱਡੀ ਨਹੀਂ ਆ, ਸਟੱਡੀ ਤੋਂ ਬਿਨਾਂ ਵੀ ਬਹੁਤ ਸਾਰੀਆਂ ਆਪਸ਼ਨਾਂ ਨੇ। ਸਟੱਡੀ ਤੋਂ ਬਿਨਾਂ ਤੁਸੀਂ ਜੇ ਤੁਸੀਂ ਗ੍ਰੈਜੂਏਟ ਹੋ, ਤੁਸੀਂ ਆਪਣੀ ਕੋਈ ਐਲੀਜੀਬਿਲਟੀ ਕਿਸੇ ਵੀ ਪ੍ਰੋਗਰਾਮ ਦੀ ਐਲੀਜੀਬਿਲਟੀ ਮੀਟ ਕਰਦੇ ਹੋ, ਸਪੋਜ਼ ਤੁਸੀਂ ਐਕਸਪ੍ਰੈਸ ਐਂਟਰੀ ਆ, ਹਨਾ, ਤਾਂ ਐਕਸਪ੍ਰੈਸ ਐਂਟਰੀ ਕੀ ਆ ਕਿ ਜਿਹੜਾ ਬਣਾਇਆ ਹੋਇਆ ਇੱਥੇ ਕਿ ਐਕਸਪ੍ਰੈਸ ਐਂਟਰੀ 'ਚ ਆਹ ਚੀਜ਼ਾਂ I-777 ਲੈਣੇ ਪੈਣੇ, ਤੁਹਾਨੂੰ ਆਹ ਕਰਨਾ ਪੈਣਾ, ਆਹ ਕਰਨਾ, ਇੱਦਾਂ ਦਾ ਨਹੀਂ ਆ। ਐਕਸਪ੍ਰੈਸ ਐਂਟਰੀ, ਇੱਥੇ ਦਾ ਐਕਸਪ੍ਰੈਸ ਐਂਟਰੀ ਜਦੋਂ ਗੱਲ ਹੁੰਦੀ ਹੈ ਤਾਂ ਬੰਦੇ ਨੂੰ ਇਹੀ ਦੱਸਿਆ ਜਾਂਦਾ ਕਿ ਪਹਿਲਾਂ ਤੂੰ A777 ਬੈਂਡ ਲੈ, ਫਿਰ ਤੂੰ ਸਾਡੇ ਕੋਲ ਆਈ।
ਐਕਸਪ੍ਰੈਸ ਐਂਟਰੀ ਕੋਈ ਇਮੀਗ੍ਰੇਸ਼ਨ ਪ੍ਰੋਗਰਾਮ ਹੀ ਨਹੀਂ ਆ। ਅੱਛਾ, ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਪ੍ਰੋਗਰਾਮ ਨਹੀਂ ਆ। ਐਕਸਪ੍ਰੈਸ ਐਂਟਰੀ ਇੱਕ ਸਿਰਫ ਫਾਈਲਿੰਗ ਸਿਸਟਮ ਆ ਉਹਨਾਂ ਦਾ। ਉਹਨਾਂ ਦਾ ਕੀ ਵੱਡੇ ਇਸ਼ਤਿਹਾਰ ਵੀ ਲੱਗਦੇ ਨੇ ਐਕਸਪ੍ਰੈਸ ਐਂਟਰੀ ਲਈ ਮਿਲੋ ਸਰ। ਐਕਸਪ੍ਰੈਸ ਐਂਟਰੀ ਉਹ ਸਾਨੂੰ ਸ਼ਾਇਦ ਵਰਡ ਸੁਣ ਕੇ ਲੱਗਦਾ ਕਿ ਐਕਸਪ੍ਰੈਸ ਆ ਤੇ ਬਹੁਤ ਜਲਦੀ ਮਤਲਬ ਫਟਾਫਟ ਜਾਓ ਤੁਸੀਂ ਕੈਨੇਡਾ ਜਾਓਗੇ ਉੱਡ ਕੇ, ਤੇ ਬਟ ਉਹ ਇਦਾਂ ਨਹੀਂ ਹੈ। ਐਕਸਪ੍ਰੈਸ ਐਂਟਰੀ ਸਿਰਫ ਇੱਕ ਫਾਈਲਿੰਗ ਮੈਕੈਨਿਜ਼ਮ ਆਉਣਾ ਦਾ। ਤਾਂ ਉਹਦੇ ਚ ਕੀ ਕਰਦੇ ਨੇ, ਉਹਦੇ ਵਿੱਚ 3 ਸਬ ਕੈਟਾਗਰੀਜ਼ ਨੇ ਸਾਡੇ ਕੋਲੇ। ਫੈਡਰਲ ਸਕਿਲਡ ਵਰਕਰ, ਜਿਹਦੇ ਵਿੱਚ ਉਹ ਦੱਸਦੇ ਆ ਕਿ ਜੇ ਤੁਹਾਡੇ ਕੋਲੇ ਆਹ ਆਕੂਪੇਸ਼ਨ ਹੈਗੇ, ਨੌਕ ਕੋਡ ਨਾਲ ਤੁਹਾਡੀ ਜੌਬ ਡਿਊਟੀਜ਼ ਮੈਚ ਕਰਦੀਆਂ, ਤਾਂ ਤੁਸੀਂ ਉਹਦੇ ਚ ਅਪਲਾਈ ਕਰੋ। FSW ਹੋਊਗਾ, ਜਿਹੜਾ ਕਿ ਜਿਹਨੂੰ ਅਸੀਂ ਕਹਿੰਦੇ ਕਿ ਇੱਥੋਂ PR ਲੈ ਕੇ ਜਾਂਦੇ ਨੇ। ਸੈਕੰਡ ਆ ਗਿਆ FST। ਤੇ FST ਚ ਕੀ ਆ ਕਿ ਫੈਡਰਲ ਸਕਿਲ ਟ੍ਰੇਡ ਵਾਲੇ ਕਿਹੜੇ ਬੰਦੇ ਨੇ, ਜਿਹੜੇ ਜਿਵੇਂ ਇਲੈਕਟ੍ਰੀਕਲ ਵਾਲੇ ਬੰਦੇ ਹੋ ਗਏ, ਇਲੈਕਟ੍ਰੋਨਿਕ ਵਾਲੇ ਬੰਦੇ ਹੋ ਗਏ, ਜਾਂ ਪਲੰਬਰ ਹੋ ਗਏ, ਵੈਲਡਰ ਹੋ ਗਏ, ਜਿਹੜੇ ਇੱਕ ਸਕਿਲਡ ਵਰਕਰ ਲਗਾ ਲਓ, ਸਕਿਲਡ ਵਰਕਰ ਹੋ ਗਏ, ਬਟ ਉਹ ਟ੍ਰੇਡ ਆ। ਜਿਵੇਂ ਇਲੈਕਟ੍ਰੀਸ਼ੀਅਨ, ਜੇ ਕੋਈ ਇੱਥੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ, ਜੇ ਕਹਿੰਦਾ ਕਿ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ, ਉਹ ਉੱਥੇ ਜਾ ਕੇ ਉਹ ਕਹਿੰਦੇ ਕਿ ਸਾਡੇ ਲੈਵਲ, ਸਾਡੇ ਸਟੈਂਡਰਡਸ ਕੁਝ ਹੋਰ ਨੇ, ਡਿਫਰੈਂਟ ਨੇ ਬਾਕੀਆਂ ਨਾਲੋਂ, ਹਨਾ। ਤਾਂ ਪਹਿਲਾਂ ਇੱਕ ਸਾਡੇ ਲਈ ਉਹ ਟ੍ਰੇਡ ਦਾ ਸਰਟੀਫਿਕੇਟ ਲੈ ਕੇ ਆਓ। ਉਹ ਵਾਲਾ ਪ੍ਰੋਗਰਾਮ ਹੈ ਐਕਸਪ੍ਰੈਸ। ਤੇ ਇੱਕ ਹੈਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ, ਜਿਹਦੇ ਕੋਲੇ ਉੱਥੇ ਦੀ ਸਟੱਡੀ ਪਲੱਸ 1 ਈਅਰ ਐਕਸਪੀਰੀਅੰਸ ਆ, ਉਹ ਉੱਥੇ ਐਕਸਪ੍ਰੈਸ ਲਈ ਐਲੀਜੀਬਲ ਹੋ ਜਾਂਦਾ। ਤਾਂ ਉਹ ਤਿੰਨੇ ਪੈਟਰਨ ਦੇ ਅੰਦਰ ਉਹ 3 ਪ੍ਰੋਗਰਾਮ ਨੇ। ਐਕਸਪ੍ਰੈਸ ਇੱਕ ਫਾਈਲਿੰਗ ਸਿਸਟਮ ਠੀਕ ਹੈ, ਤਾਂ ਇੱਕ ਪ੍ਰੋਸੈਸ ਦਾ ਨਾਮ ਹੈ। ਹਾਂਜੀ। ਅਦਰਵਾਈਜ਼ ਜਿਹੜਾ ਇਸ ਸਿਸਟਮ ਦੇ ਵਿੱਚ ਇਮੀਗ੍ਰੇਟ ਹੋਣਾ ਚਾਹੁੰਦਾ, ਤਾਂ ਉਹਦੇ ਲਈ ਉਹਨੂੰ ਨਾ ਹਰ ਇੱਕ ਚੀਜ਼ ਦੇ ਪੁਆਇੰਟ ਮਿਲਦੇ ਨੇ। ਜਿਵੇਂ ਹੁਣ ਸਟੱਡੀ ਲਈ ਤਾਂ ਕੋਈ ਪੁਆਇੰਟ ਨਹੀਂ। ਸਟੱਡੀ ਲਈ ਬੇਸਿਕ ਚੀਜ਼ਾਂ, ਕਾਲਜ ਦੀ ਆਫਰ ਲੈਟਰ, ਤੁਹਾਡੇ ਕੋਲ ਰਿਕੁਆਇਰਡ ਆਇਲਸ, ਫੀਸ ਭਰੀਏ, GIC ਭਰੀਏ, ਦੈਟਸ ਇਟ। ਉਹ ਅੱਗੇ ਆਫਿਸਰ ਦੱਸੂਗਾ। ਹੁਣ ਇਹਦੇ 'ਚ ਕੀ ਆ ਗਿਆ, ਇਹਦੇ 'ਚ ਥੋੜ੍ਹੀਆਂ ਲੰਬੀਆਂ ਲਿਸਟ ਲੰਬੀ ਆ। ਤੁਹਾਡੇ ਕੋਲੇ ਤੁਹਾਡੇ ਕੋਲੇ ਏਜ, ਜੋ ਵੀ ਤੁਹਾਡੀ ਏਜ ਆ, ਪਲੱਸ ਤੁਹਾਡੇ ਕੋਲੇ ਤੁਹਾਡੀ ਐਜੂਕੇਸ਼ਨ, ਮਾਸਟਰ ਡਿਗਰੀ, ਬੈਚਲਰ ਡਿਗਰੀ ਜਾਂ PG ਡਿਪਲੋਮਾ, ਉਹਦੇ ਅਕੋਰਡਿੰਗ ਤੁਹਾਨੂੰ ਮਾਰਕਸ ਐਲੋਕੇਟ ਹੋ ਜਾਂਦੇ ਆ। ਜਿਵੇਂ ਮੈਕਸਿਮਮ ਮਾਰਕਸ ਆਪਾਂ PhD ਦੇ ਵੈਸੇ, ਬਟ ਜੇ ਮਾਸਟਰਸ ਦਾ ਤਾਂ ਤੁਹਾਡੇ ਕੋਲੇ ਸਫੀਸ਼ੀਐਂਟ ਪੁਆਇੰਟਸ ਹੁੰਦੇ ਨੇ ਕਿ ਤੁਹਾਨੂੰ ਮਿਲ ਜਾਣਾ, ਹਨਾ। ਤਾਂ ਉਹ ਜਿਹੜੀ ਤੁਹਾਡੀ ਐਜੂਕੇਸ਼ਨ ਹੈ, ਤੁਹਾਨੂੰ ਐਜ਼ ਸੱਚ ਨਹੀਂ ਕਿ ਤੁਸੀਂ ਕੀਤੇ ਤੁਹਾਨੂੰ ਪੁਆਇੰਟਸ ਐਲੋਕੇਟ ਹੋ ਜਾਣਗੇ। ਤਾਂ ਇਹਨਾਂ ਦੀਆਂ 5 ਏਜੰਸੀਜ਼ ਨੇ ਜਿਨ੍ਹਾਂ ਤੋਂ ਤੁਸੀਂ ਉਹਨਾਂ ਨੂੰ ਇਵੈਲੂਏਟ ਕਰਾਉਂਦੇ ਹੋ। ਜੋ WS ਆ, ICAS ਆ, ਜਾਂ 3 ਹੋਰ ਵੀ ਹੈਗੀਆਂ ਨੇ ਉਹਨਾਂ ਦੀਆਂ, ਹਨਾ। ਤਾਂ ਉਹਨਾਂ ਤੋਂ ਤੁਸੀਂ ਇਵੈਲੂਏਸ਼ਨ ਲੈਂਦੇ ਹੋ ਕਿ ਜੀ ਮੈਂ ਮਾਸਟਰ ਡਿਗਰੀ ਕੀਤੀ ਹੈ, ਤੇ ਇਸ ਮਾਸਟਰ ਦੀ ਉੱਥੇ ਕੈਨੇਡਾ 'ਚ ਇਕੁਇਵੈਲੈਂਸੀ ਆ। ਤਾਂ ਉਹ ਇਕੁਇਵੈਲੈਂਸੀ ਜੇ ਮਾਸਟਰ ਮਿਲ ਗਈ ਤਾਂ ਤੁਹਾਨੂੰ ਮਾਸਟਰ ਦੇ ਨੰਬਰ ਮਿਲ ਜਾਣਗੇ। ਜੇ PG ਮਿਲ ਗਈ ਤਾਂ PG ਦੇ ਨੰਬਰ ਮਿਲ ਜਾਣਗੇ। ਉਹ ਹੈਗਾ। ਦੈਨ ਫਿਰ ਤੁਹਾਡਾ ਹੈਗਾ ਆਇਲਸ ਸਕੋਰ ਜਾਂ ਆਇਲਸ। ਅੱਛਾ, ਹੁਣ ਆਇਲਸ ਤੋਂ ਵੀ ਆਪਸ਼ਨ ਆ ਹੈਗੀਆਂ ਨੇ ਹੋਰ, ਆਇਲਸ ਜਾਂ ਫਿਰ ਸੈਲਪਿਪ। ਇੱਕ ਹੀ ਚੀਜ਼ ਹੈ। ਸੈਲਪਿਪ ਲੈਂਗੁਏਜ ਟੈਸਟ ਆ, ਇੰਗਲਿਸ਼ ਦਾ ਹੀ ਲੈਂਗੁਏਜ ਟੈਸਟ ਆ। ਪੈਰਾਗਨ ਕੰਪਨੀ ਕੈਨੇਡਾ ਦੀ ਹੈਗੀ ਆ, ਉਹੀ ਟੈਸਟ ਕੰਡਕਟ ਕਰਦੀ ਆ, ਉਹੀ ਸਾਰਾ ਕੁਝ ਕਰਦੀ ਆ। ਇੱਕ ਆਨਲਾਈਨ ਟੈਸਟ, ਆਨਲਾਈਨ ਨਹੀਂ ਹੈਗਾ ਸੌਰੀ, ਇਹ ਸੈਂਟਰ ਬੇਸਡ ਟੈਸਟ ਆ, ਬਟ ਇੱਕ ਕੰਪਿਊਟਰ ਬੇਸਡ ਟੈਸਟ ਜਿਹਦੇ 'ਚ ਪਰ ਕਦੀ ਨਾਮ ਨਹੀਂ ਸੁਣਿਆ ਇਹਦਾ ਸੈਲਪਿਪ। ਸਾਡੇ ਕਰਵਾਉਂਦੇ ਨਹੀਂ ਨਾ। ਅੱਛਾ। ਬਟ ਉੱਥੇ ਮਤਲਬ ਬਹੁਤ ਪਪੂਲਰ, ਇੱਥੇ ਵੀ ਹੁੰਦਾ। ਦਿੱਲੀ ਤੁਸੀਂ ਦੇਖੋਗੇ ਬਹੁਤ ਨਾਰਮਲ ਆ, ਦਿੱਲੀ ਜਾਂ ਹੋਰ ਸਟੇਟ। ਪੰਜਾਬ ਦੇ ਤਾਂ ਆਇਲਸ PT ਪਤਾ ਲੋਕਾਂ ਨੂੰ। PT ਤੇ ਕਦੇ ਵੀ ਪਰਮਨੈਂਟ ਇਮੀਗ੍ਰੇਸ਼ਨ ਨਹੀਂ ਹੋ ਸਕਦੀ। PT ਸਿਰਫ ਬਹੁਤ ਜਿਹੜਾ ਹੈਗਾ ਕਿ ਸਿਰਫ ਅਕੈਡਮਿਕ ਟੈਸਟ ਹੈ, ਕਿਉਂਕਿ PT ਆਲਰੇਡੀ ਇੱਕ ਅਕੈਡਮਿਕ ਟੈਸਟ ਆ। ਅਦਰਵਾਈਜ਼ ਸੈਲਪਿਪ ਹੈ ਤੁਹਾਡੇ ਕੋਲੇ, ਸੈਲਪਿਪ ਹੈ, ਦੈਨ ਤੁਹਾਡੇ ਕੋਲੇ ਫ੍ਰੈਂਚ ਟੈਸਟ ਹੈ। ਤਾਂ ਹੁਣ ਲੈਂਗੁਏਜ 'ਚ ਉਹ ਕੀ ਕਹਿੰਦੇ ਕਿ ਇਹ ਜਿਹੜੀ ਗੱਲ ਸੀ ਤੁਹਾਡੀ ਕਿ 777 ਹੋਣੇ ਚਾਹੀਦੇ, ਜਿਹੜਾ ਦੱਸ ਕੇ ਭੇਜ ਦਿੰਦੇ, ਤਾਂ 777 ਹੋਣੇ ਸਿਰਫ ਤਾਂ ਕਿਹਾ ਜਾਂਦਾ ਕਿ ਜੇ ਤੁਹਾਡੇ ਕੋਲੇ ਮਾਸਟਰ ਡਿਗਰੀ ਆ, ਤੁਹਾਡੀ ਏਜ 29 ਆ, ਪਲੱਸ ਤੁਹਾਡੇ ਕੋਲੇ 777 ਬੈਂਡ ਆ, ਤੁਹਾਡੇ ਕੋਲੇ ਸਾਰਾ ਕੁਝ ਸਿੰਗਲ ਹੋ, ਤਾਂ ਉਹਨਾਂ ਫੈਕਟਰਸ ਦੇ ਨਾਲ ਤੁਹਾਡਾ ਆਲਮੋਸਟ ਇੰਨਾ ਕੁ CRS ਬਣ ਜਾਂਦਾ ਕਿ ਤੁਹਾਡਾ ਜੋ ਉੱਥੇ CRS ਟ੍ਰੈਂਡ ਚੱਲਦੇ ਨੇ ਕਿ ਉਹਦੇ 'ਚ ਕਿਤੇ ਨਾ ਕਿਤੇ ਤੁਸੀਂ ਮੀਟ ਕਰਦੇ, ਤੁਹਾਨੂੰ ਇਨਵੀਟੇਸ਼ਨ ਆ ਜਾਂਦਾ, ਤਾਂ ਉਹਦੇ ਲਈ ਹੁੰਦਾ। ਅਦਰਵਾਈਜ਼ ਉਹਨਾਂ ਵੱਲੋਂ ਸੈੱਟ ਕ੍ਰਾਈਟੇਰੀਆ ਨਹੀਂ ਹੈਗਾ, ਬਟ ਹਾਂ ਤੁਹਾਡੇ ਕੋਲ ਫਿਰ ਵੀ CLB 7 ਜਾਂ CLB 6 ਤੱਕ ਦਾ ਸਕੋਰ ਹੋਵੇ। ਠੀਕ ਹੈ, ਮਿਨੀਮਮ ਜੇ ਆਪਾਂ ਕਹੀਏ ਕਿ ਉਹਨਾਂ ਕੁ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਪਾਸੇ ਐਲੀਜੀਬਲ ਹੋਵੋਗੇ। ਹੁਣ ਉਹਦੇ 'ਚ ਤਾਂ ਇਹ ਤੁਹਾਡੇ ਕੋਲੇ ਹੋ ਗਏ ਐਜੂਕੇਸ਼ਨ ਦੇ ਨੰਬਰ, ਏਜ ਦੇ ਨੰਬਰ ਹੋ ਗਏ, ਦੈਨ ਆਇਲਸ ਦਾ ਹੋ ਗਿਆ। ਆਇਲਸ ਦੇ ਵਿੱਚ ਆਇਲਸ ਨਹੀਂ ਹੈਗਾ ਤਾਂ ਤੁਹਾਡੇ ਕੋਲੇ ਸੈਲਪਿਪ ਹੋ ਗਏ, ਸੈਲਪਿਪ ਨਹੀਂ ਹੈਗਾ ਤਾਂ ਫ੍ਰੈਂਚ ਹੋਵੇ। ਜਾਂ ਫਿਰ ਜੇ ਆਇਲਸ ਜਾਂ ਸੈਲਪਿਪ 'ਚ ਸਕੋਰ ਘੱਟ ਆ ਪਲੱਸ ਫ੍ਰੈਂਚ ਹੈਗੀ ਆ ਤਾਂ ਵੀ ਨੰਬਰ ਜ਼ਿਆਦਾ ਨੇ। ਅੱਜ ਕੱਲ੍ਹ ਤਾਂ ਉਹਨਾਂ ਨੇ ਫ੍ਰੈਂਚ ਦੇ ਵੀ ਐਕਸਟਰਾ ਨੰਬਰ ਦਿੱਤੇ ਨੇ। ਫ੍ਰੈਂਚ ਹੈਗਾ ਤਾਂ ਵੀ ਐਕਸਟਰਾ ਨੰਬਰ 25 ਲੈ ਲਓ ਕਹਿੰਦੇ। ਮਤਲਬ ਹਰੇਕ ਆਪਸ਼ਨਸ ਹੈਗੀਆਂ, ਸਾਰੀਆਂ ਆਪਸ਼ਨਾਂ ਨੇ। ਤਾਂ ਉਹ ਉੱਥੇ ਕੀ ਆ ਕਿ ਉੱਥੇ ਸਕੇਲ ਅਪ ਕਰਨ ਲਈ ਆ ਕਿ ਆਹ ਆਪਸ਼ਨਾਂ 'ਚ ਨੂੰ ਨੰਬਰ ਮਿਲਦੇ ਨੇ, ਇਹਨਾਂ 'ਚ ਤੁਸੀਂ ਟਿਊਨ ਇਨ ਕਰ ਸਕਦੇ। ਦੇਖੋ ਤੁਸੀਂ ਏਜ ਨਹੀਂ ਚੇਂਜ ਕਰ ਸਕਦੇ ਆਪਦੀ, ਹੈ ਨਾ, ਏਜ ਦੇ ਨੰਬਰ ਉੱਦਾਂ ਹੀ ਰਹਿਣੇ ਨੇ। ਦੈਨ ਪਲੱਸ ਬਾਕੀ ਸਾਰਿਆਂ 'ਚ ਤੁਸੀਂ ਕਿਤੇ ਨਾ ਕਿਤੇ ਤੁਹਾਡੇ ਕੋਲੇ ਫਲੈਕਸੀਬਿਲਿਟੀ ਜਾਂ ਕਹਿ ਲਓ ਕਿ ਉਹਨਾਂ ਕੁ ਟਾਈਮ ਗੈਪ ਹੁੰਦਾ ਕਿ ਜੀ ਤੁਸੀਂ ਉਹਨੂੰ ਕਿਤੇ ਨਾ ਕਿਤੇ ਟਿਊਨ ਅਪ ਕਰ ਸਕਦੇ ਹੋ। ਹੁਣ ਜਿਵੇਂ ਇਹਦੇ 'ਚ ਫਰਕ ਇਹ ਵੀ ਪੈਂਦਾ ਕਿ ਸਿੰਗਲ ਐਪਲੀਕੈਂਟ ਹੈ ਕਿ ਮੈਰਿਡ ਐਪਲੀਕੈਂਟ ਹੈ। ਹੁਣ ਜੇ ਮੈਰਿਡ ਐਪਲੀਕੈਂਟ ਆ ਉਹਦੇ ਦੋਨੀਆਂ ਚੀਜ਼ਾਂ ਨੇ, ਫਾਇਦੇ ਵੀ ਨੁਕਸਾਨ ਵੀ ਆ। ਨੁਕਸਾਨ ਕੀ, ਪਹਿਲਾਂ ਬੇਸਿਕਲੀ ਨੰਬਰ ਘੱਟ ਜਾਂਦੇ ਆ, ਪੁਆਇੰਟਸ ਤੁਹਾਡੇ ਘੱਟ ਜਾਂਦੇ ਆ। ਤਾਂ ਬਟ ਔਨ ਦਾ ਅਦਰ ਹੈਂਡ
ਤੁਹਾਡੇ ਸਪਾਊਸ ਦੇ ਜੋ ਐਜੂਕੇਸ਼ਨ ਆ, ਤੁਹਾਡੇ ਸਪਾਊਸ ਦਾ ਜੋ ਆਇਲਸ ਸਕੋਰ ਆ, ਉਹਦੇ ਪੁਆਇੰਟ ਵੀ ਮਿਲ ਜਾਂਦੇ। ਸਪੋਜ਼ ਜੇ ਤੁਹਾਡੇ ਸਪਾਊਸ ਦੀ ਵੀ ਮਾਸਟਰ ਡਿਗਰੀ ਆ, ਸਪਾਊਸ ਵੀ 6 ਬੈਂਡ ਤੱਕ ਲੈ ਸਕਦਾ, ਤਾਂ ਉਹਦੇ ਪੁਆਇੰਟਸ ਵੀ ਮਿਲ ਜਾਂਦੇ ਤੁਹਾਨੂੰ। ਤਾਂ ਉਹ ਆਲਮੋਸਟ ਜੇ ਤੁਹਾਡੇ ਕੋਲੇ ਸਮਵੇਅਰ ਅਰਾਊਂਡ ਜੇ ਆਪਾਂ ਕਹਿ ਲਈਏ ਕਿ ਐਕਸਪ੍ਰੈਸ ਐਂਟਰੀ ਦੀ ਫਾਈਲ ਲਾਉਣੀ ਹੈ, ਤਾਂ ਤੁਹਾਡਾ 450 ਪਲੱਸ ਤੱਕ ਦਾ ਸਕੋਰ ਜੇ ਬਣ ਰਿਹਾ, ਤਾਂ ਤੁਸੀਂ ਆਰਾਮ ਨਾਲ ਇੱਥੋਂ ਫਾਈਲ ਲਓ, ਇੱਥੋਂ ਸਿੱਧੇ PR ਜਾ ਸਕਦੇ ਹੋ। ਪਲੱਸ ਇਹਦੇ 'ਚ ਇੱਕ ਹੋਰ ਆਪਸ਼ਨ ਹੈ ਕਿ ਜੀ ਜੇ ਤੁਹਾਡੇ ਕੋਲੇ ਪੁਆਇੰਟ ਘੱਟਦੇ ਨੇ, ਤੁਸੀਂ ਵੇਟ ਕਰ ਰਹੇ ਹੋ ਕਿਸੇ ਚੀਜ਼ ਦੀ, ਤਾਂ ਇਹਦੇ ਨਾਲ ਇੱਕ ਉਹਨਾਂ ਦਾ ਹੈਗਾ ਪ੍ਰੋਗਰਾਮ PNP, ਦੈਟਸ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ। ਉਹਦੇ 'ਚ ਕੀ ਹੈ ਕਿ ਜਿੰਨੀਆਂ ਵੀ ਸਟੇਟਾਂ ਨੇ ਕੈਨੇਡਾ ਦੇ ਵਿੱਚ, ਪ੍ਰੋਵਿੰਸਸ ਨੇ, ਤਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਨੇ ਇਮੀਗ੍ਰੇਸ਼ਨ ਦੇ। ਉਹ ਕਹਿੰਦੇ ਜੀ ਤੁਹਾਡੇ ਕੋਲੇ ਉਹਨਾਂ ਦੀ ਆਪਣੀ ਇੱਕ ਐਲੀਜੀਬਲ ਲਿਸਟ ਹੈ, ਉਹੀ ਏਜ, ਉਹਦੇ 'ਚ ਵੀ ਏਜ ਦੇ ਨੰਬਰ ਜਾਂ ਉਹਦੇ ਤੁਹਾਡੀ ਸਕਿੱਲ ਦੇ ਨੰਬਰ, ਸਕਿੱਲ ਸਰਟੀਫਿਕੇਟ ਤੇ ਜੋ ਵੀ ਉਹਨਾਂ ਦੀਆਂ ਆਪਸ਼ਨ ਹੈ, ਜੇ ਤੁਸੀਂ ਉਹਨਾਂ ਨੂੰ ਮੀਟ ਕਰਦੇ ਤਾਂ ਤੁਹਾਨੂੰ ਉਹ ਆਪਣੇ ਆਪ ਇੱਕ ਇਨਵੀਟੇਸ਼ਨ ਸੈਂਡ ਕਰਦੇ ਨੇ, ਉਹਦਾ ਤੁਹਾਨੂੰ 600 ਨੰਬਰ ਮਿਲ ਜਾਂਦਾ। ਜੇ ਉਹ ਅਸੈਪਟ ਹੋ ਜਾਂਦਾ ਤਾਂ ਉਹ 600 ਨੰਬਰ ਮਿਲਣ ਨਾਲ ਕੀ ਹੋ ਜਾਂਦਾ ਕਿ 600 ਪਲੱਸ ਜਿਹੜੇ ਤੁਹਾਡੇ ਆਪਣੇ ਫੈਡਰਲ ਦੇ ਨੰਬਰ ਸੀ, 600 ਪਲੱਸ 300 ਮੰਨ ਲਓ ਤੁਹਾਡਾ ਬਣਦਾ ਸੀ, ਤਾਂ 900 ਨੰਬਰ ਹੋ ਗਿਆ, ਟੋਟਲ 1200 ਨੰਬਰ ਹੈ। ਤਾਂ 900 ਨੰਬਰ ਤੇ ਨੈਕਸਟ ਟਾਈਮ ਜਦੋਂ ਵੀ ਡਰਾਅ ਆਊਗਾ ਤੁਸੀਂ ਫਾਈਲ ਚੱਕਿਓ, ਫਾਈਲ ਤੁਹਾਡੀ ਪਿਕ ਹੋ ਜੂਗੀ, ਜਾਂ ਤਾਂ ਕਹਿ ਲਓ ਕਿ ਇਨਵੀਟੇਸ਼ਨ ਆ ਜਾਊਗਾ ਤੁਹਾਨੂੰ। ਇਹ ਆਪਸ਼ਨ ਹੈ। ਤੇ ਹੁਣ ਤੁਸੀਂ ਕਹਿੰਦੇ ਕਿ ਮੇਰੇ ਕੋਲੇ ਜੀ PNP ਦੀ ਵੀ ਕੋਈ ਆਪਸ਼ਨ ਮੈਨੂੰ ਦਿਖਦੀ ਨਹੀਂ ਪਈ, ਜਾਂ ਮੈਨੂੰ ਉਹ ਵੀ ਨਹੀਂ ਹੈ, ਤਾਂ ਫਿਰ ਉਹ ਕਹਿੰਦੇ ਕਿ ਜੀ ਤੁਹਾਡੇ ਕੋਲੇ ਕਿਸੇ ਵੀ ਕੈਨੇਡੀਅਨ ਕੰਪਨੀ ਦੀ ਜੌਬ ਆਫਰ ਦਾ is equivalent to LMIA, ਠੀਕ ਹੈ, that is labor market impact assessment। ਜੌਬ ਆਫਰ ਹੀ LMIA ਹੈ, ਜਾਂ ਫਿਰ ਇਹਨੂੰ ਵਾਈਸ ਵਰਸਾ ਕਰ ਲਓ, LMIA ਜੌਬ ਆਫਰ ਹੈ। ਤਾਂ ਉੱਥੇ ਜਿਹੜਾ ਵਰਡ ਲਿਖਿਆ ਹੁੰਦਾ ਨਾ ਕਿ ਇੱਕ ਤੁਹਾਨੂੰ ਵੈਲਿਡ ਜੌਬ ਆਫਰ, ਵੈਲਿਡ ਜੌਬ ਆਫਰ ਦਾ ਮਤਲਬ ਹੀ LMIA ਹੈ। ਅੱਛਾ, ਠੀਕ ਹੈ ਜੀ, ਉਹਦੇ 50 ਪੁਆਇੰਟਸ ਮਿਲ ਜਾਂਦੇ। ਅੱਛਾ, ਇਹ ਪ੍ਰੋਗਰਾਮਸ ਨੇ, ਮਤਲਬ ਤੁਹਾਡੇ ਕੋਲੇ ਸਕਿੱਲ ਹੈਗੀ ਆ, ਆਪਸ਼ਨਸ ਦਾ ਭਰਮਾਰ ਹੈ, ਬਹੁਤ ਆਪਸ਼ਨਾਂ ਨੇ। ਤੁਹਾਡੇ ਕੋਲੇ ਸਕਿੱਲ ਹੋਣੀ ਚਾਹੀਦੀ ਆ ਇੰਗਲਿਸ਼ ਦੀ ਵੀ, ਤੇ ਇੰਗਲਿਸ਼ ਨੂੰ ਨਾ ਬਾਈਪਾਸ ਕਰਨਾ ਹੀ ਸਾਡੀ ਮਤਲਬ ਸਾਰੀਆਂ ਚੀਜ਼ਾਂ ਦੀ ਜੜ ਹੈ। ਜਿੰਨੇ ਕਿ ਫਰਾਡਲੈਂਟ ਚੀਜ਼ਾਂ ਹੋ ਰਹੀਆਂ, ਜਿੰਨੇ ਕਿ ਸਕੈਮਸ ਹੋ ਰਹੇ, ਤਾਂ ਆਇਲਸ ਨੂੰ ਕਿਤੇ ਨਾ ਕਿਤੇ ਆਇਲਸ ਨੂੰ ਬਾਈਪਾਸ ਕਰਨ ਦੇ ਚੱਕਰ 'ਚ ਅਸੀਂ ਉਹ ਸਾਰਾ ਕੁਝ ਕਰਵਾ ਲੈਂਦੇ ਹਾਂ। ਬਟ ਅਦਰਵਾਈਜ਼ ਤਾਂ ਜੇ ਅਸੀਂ ਉਸ ਕੰਟਰੀ ਜਾਣਾ ਜਿੱਥੇ ਸਾਰਾ ਕੁਝ ਇੰਗਲਿਸ਼ ਦੇ ਵਿੱਚ, ਤਾਂ ਉਹਨੂੰ ਤੁਸੀਂ ਸਕਿਪ ਕਿਤੇ ਵੀ ਨਹੀਂ ਕਰ ਸਕਦੇ। ਬਿਲਕੁਲ ਰਾਈਟ ਜੀ, ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਨਾਲ ਸਾਡੇ ਨਾਲ ਗਲੋਬਲ ਅਚੀਵਰ ਤੋਂ ਗਗਨ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ। ਤਾਂ ਕੈਨੇਡਾ ਜਾਣ ਲਈ ਆਪਸ਼ਨਸ ਦਾ ਭਰਮਾਰ ਹੈ, ਪਰ ਜਿਹੜੀ ਚੀਜ਼ ਨੂੰ ਅਸੀਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਆਇਲਸ ਨਾ ਕਰਨੀ ਪਵੇ, ਵਿਦਆਊਟ ਆਇਲਸ ਅਸੀਂ ਚੱਲ ਜਾਈਏ। ਪਰ ਇਸ ਚੀਜ਼ ਦਾ ਖਿਆਲ ਤੁਸੀਂ ਜ਼ਰੂਰ ਰੱਖੋ ਕਿ ਉਹ ਇੰਗਲਿਸ਼ ਸਪੀਕਿੰਗ ਕੰਟਰੀ ਹੈ, ਤੇ ਜੇਕਰ ਤੁਸੀਂ ਉੱਥੇ ਜਾ ਕੇ ਪੜ੍ਹਨਾ ਵੀ ਹੈ ਜਾਂ ਸੈਟਲ ਹੋਣ ਲਈ ਵੀ ਜਾ ਰਹੇ ਹੋ, ਤਾਂ ਇੰਗਲਿਸ਼ ਤੁਹਾਨੂੰ ਆਉਣੀ ਚਾਹੀਦੀ ਹੈ, ਉੱਥੇ ਦੀ ਭਾਸ਼ਾ ਤੁਹਾਨੂੰ ਆਉਣੀ ਚਾਹੀਦੀ ਹੈ। ਤਾਂ ਕਿਸੇ ਹੋਰ ਚੱਕਰਾਂ ਦੇ ਵਿੱਚ ਨਾ ਪਾਓ, ਬਾਈਪਾਸ ਕਰਨ ਦੀ ਕੋਸ਼ਿਸ਼ ਨਾ ਕਰੋ, ਸਿੱਧੇ ਢੰਗ ਦੇ ਨਾਲ ਤੁਸੀਂ ਕੈਨੇਡਾ ਜਾਓ, ਤਾਂ ਤੁਸੀਂ ਆਪਣੀ ਉੱਥੇ ਜ਼ਿੰਦਗੀ ਵੀ ਵਧੀਆ ਬਣਾ ਸਕਦੇ ਹੋ। ਤਾਂ ਵਧੇਰੇ ਅਪਡੇਟਸ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਕੈਮਰਾਮੈਨ ਸਤਨ ਮਠਾੜੂ ਦੇ ਨਾਲ, ਲੁਧਿਆਣਾ।